ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਜੋ ਸਹਿਜ ਪਾਠ ਸ਼ਬਦ ਹੈ ਉਹ ਪਾਵਨਾ 753 ਸ਼ਬਦ ਹੈ। ਰਾਗ ਸੂਹੀ ਮਹਿਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਵਾ। ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾ ਰਸ ਮੀਠਾ। ਬਿਨ ਚਾਖੇ ਸਾਧ ਨ ਜਾਪੈ। ਇਹ ਸ਼ਬਦ ਨਾਮ ਹੈ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਕੁ ਮਨ ਧਿਆਨ ਧਰੈ ਫਿਰਤ ਸਗਲ ਜੁਗ। ਕਬਹੁ ਕੋ ਪਾਵੈ ਆਤਮ ਪ੍ਰਗਾਸ ਕਉ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਕੋ। ਸ਼ਿਵ ਮੁਨ ਗਹਿਨਤ ਜਤ ਕਬਿਲਾਸ ਕਉ। ਜਾਕੋ ਜੋਗੀ ਜਤੀ ਸਿਧ ਸਾਧਕ ਅਨੇਕ ਤਪ। ਜਟਾ ਝੂਠ ਭੇਖ ਕੀਏ ਫਿਰਤ ਉਦਾਸ ਕਉ। ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ। ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਬਿਰ ਗਰਭਾਸ ਨਾ ਪਰਿਆ ਰੇ। ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਿਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ। ਬਿਨ ਸਤਿਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾ ਰਸ ਮੀਠਾ। ਬਿਨ ਚਾਖੇ ਸਾਧ ਨਾ ਜਾਪੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਪ੍ਰੇਮ ਦੇ ਵਿੱਚ ਭਿੱਜ ਕੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਗੁਰੂ ਦੇ ਪ੍ਰੇਮ ਦੇ ਵਿੱਚ ਆਪ ਸ਼ਬਦ ਦੇ ਖੋਜੀ ਬਣ ਕੇ, ਗੁਣਗਾਹਕ ਬਣ ਕੇ, ਆਪਣੇ ਆਲਸ ਨੂੰ ਤਿਆਗ ਕੇ, ਸਮਿਆਂ ਵਿੱਚੋਂ ਸਮਾਂ ਕੱਢ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਦੀਦ ਕਰਨ ਵਾਸਤੇ ਆਇਓ, ਦੀਦਾਰ ਵਾਸਤੇ ਆਇਓ। ਉੱਥੇ ਹੀ ਆਪ ਜੀ ਦੇ ਮਨਾਂ ਵਿੱਚ ਚਾਉ ਹੈ ਕਿ ਸਤਿਗੁਰ ਜੀ ਦੇ ਇਸ ਮਾਨ ਸਰੋਵਰ ਵਿੱਚੋਂ ਹੰਸ ਬਿਰਥੀ ਹੋ ਕੇ ਕੁਝ ਮੋਤੀ ਚੁੱਕ ਕੇ ਅਸੀਂ ਵੀ ਆਪਣੇ ਜੀਵਨ ਨੂੰ ਸ਼ਿੰਗਾਰੀਏ। ਰੋਜ਼ ਹੀ ਰੋਜ਼ਾਨਾ ਹੀ ਕੁਛ ਨਾ ਕੁਛ ਅਸੀਂ ਗੁਰੂ ਪਾਸੋਂ ਸਿੱਖਣ ਆਉਂਦੇ ਹਾਂ। ਔਰ ਜੇ ਇੱਕ ਅੱਧਾ
ਗੁਣ ਵੀ ਸਤਿਗੁਰ ਪਾਸੋਂ ਝੋਲੀ ਪੈ ਜੇ, ਉਹ ਚੇਤੇ ਰਹਿ ਜੇ ਸਾਰਾ ਦਿਨ, ਫਿਰ ਇਸ ਤੋਂ ਵੀ ਵੱਡੀ ਵਡਿਆਈ ਕੀ ਹੋ ਸਕਦੀ ਹੈ ਕੋਈ। ਜੇ ਸਵੇਰੇ ਸੁਣਿਆ ਹੋਇਆ ਸ਼ਾਮ ਤੱਕ ਚੇਤੇ ਰਹਿ ਜੇ ਚੇਤੇ ਰਹੇਗਾ ਤੇ ਫਿਰ ਉਹ ਵਰਤੋਂ ਵਿਹਾਰ ਦੇ ਵਿੱਚ ਵੀ ਵਰਤੀਚਿਆ ਜਾਏਗਾ। ਜੇ ਪੂਰਾ ਨਹੀਂ ਤੇ ਥੋੜਾ ਥੋੜਾ ਹੀ ਸਹੀ, ਜੇ ਬਹੁਤਾ ਨਹੀਂ ਤੇ ਘੱਟ ਹੀ ਸਹੀ। ਸਤਿਗੁਰ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਅਸ਼ਟਪਦੀਆਂ ਦੇ ਸ਼ਬਦ ਸੂਹੀ ਰਾਗ ਸਭ ਤੋਂ ਸੋਹਣਾ ਰਾਗ, ਇਸ ਤਰ੍ਹਾਂ ਕਹੀਏ ਤਾਂ ਵੀ ਕੀ ਕੋਈ ਅਤਕਥਨੀ ਨਹੀਂ ਹੋਏਗੀ। ਰਾਗ ਤੇ ਸਾਰੇ ਹੀ ਚੰਗੇ ਨੇ। ਆਸਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਫੇਵਰੇਟ ਰਾਗ ਹੈ। ਰਾਮਕਲੀ ਰਾਗ ਵੀ ਸਤਿਗੁਰ ਜੀ ਬੜੇ ਪ੍ਰੇਮ ਨਾਲ ਗਾਉਂਦੇ ਨੇ। ਪਰ ਸਤਿਗੁਰ ਜੀ ਦੀ ਬਾਣੀ ਸੂਹੀ ਰਾਗ ਦੇ ਵਿੱਚ ਇੱਕ ਸੂਹੇ ਕਾਮਣ ਵੇਸ ਵਾਲੀ ਇੱਕ ਜੀਵ ਇਸਤਰੀ ਦਾ ਜ਼ਿਕਰ ਕੀਤਾ ਹੈ, ਜਿਹੜੀ ਆਪਣੇ ਗੁਣਾਂ ਦੇ ਨਾਲ ਆਪਣੇ ਖਸਮ ਵਾਹਿਗੁਰੂ ਜੀ ਨੂੰ ਵਸ ਕਰਨ ਵਾਸਤੇ ਆਈ ਹੈ। ਪਰ ਉਹਨੂੰ ਇਹ ਵੀ ਪਤਾ ਹੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਕਿ ਕਿੱਥੇ ਮੈਨੂੰ ਆਪਣੇ ਗੁਣਾਂ ਦਾ ਅਹੰਗ ਵੀ ਨਾ ਆ ਜਾਏ, ਕਿਉਂਕਿ ਗੁਣ ਦੇਣ ਵਾਲਾ ਵੀ ਉਹ ਹੈ ਤੇ ਹੋ ਸਕਦਾ ਹੈ ਗੁਣ ਖੋ ਵੀ ਸਕਦਾ ਉਹ। ਸੋ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਰਾਗ ਸੂਹੀ ਸਿਰਲੇਖ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦਾਂ ਦੀ ਲੜੀ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਅਸੀਂ ਹੁਣ ਸ਼ੁਰੂ ਕਰ ਰਹੇ ਹਾਂ। ਗੁਰੂ ਅਮਰਦਾਸ, ਕਿਉਂਕਿ ਕੱਲ ਤੱਕ ਗੁਰੂ ਨਾਨਕ ਸਾਹਿਬ ਜੀ ਦੀ ਅਸ਼ਟਪਦੀਆਂ ਅਸੀਂ ਵਿਚਾਰੀਆਂ, ਅੱਜ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਦੀਆਂ ਇਹ ਅਸ਼ਟਪਦੀਆਂ ਦੇ ਸਿਰਲੇਖ ਹੇਠ 2 ਸ਼ਬਦ ਨੇ, ਇਹਦੀ ਵਿਚਾਰ ਕਰ ਸਕੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਡੰਡੌਤ ਵਿੱਚ ਸਰਵਣ ਕੀਤਾ, ਸੋ 3 ਸਤਿਗੁਰ ਸੁਖ ਭਾਏ ਕਿਰਪਾ ਧਾਰੀ ਜੀ, ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ। ਗੁਰੂ ਅਮਰਦਾਸ ਜੀ ਨੇ ਇਹ ਵਡਿਆਈ ਗੁਰੂ ਰਾਮਦਾਸ ਜੀ ਨੂੰ ਦਿੱਤੀ, ਔਰ ਇਸ ਵਡਿਆਈ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਯਤਨ ਹੋ ਰਹੇ ਨੇ, ਹੁੰਦੇ ਰਹਿਣਗੇ। ਜਿਸ ਤਰ੍ਹਾਂ ਦੇਵਤਿਆਂ ਦਰਸ਼ਨ ਕਹਿ ਤਾਈ ਦੂਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਸ ਭਏ, ਤਉ ਕਾਰਨ ਸਾਹਿਬਾ ਰੰਗ ਰਤੇ। ਇਸ ਨਾਮ ਦੇ ਰੰਗ ਵਾਸਤੇ ਬਹੁਤ ਤੁਰੇ ਨੇ। ਜਗ ਮੁਨ ਧਿਆਨ ਤਰ ਫਿਰਤ ਸਗਲ ਜੁਗ ਕਬਹੁ ਕੋ ਪਾਵੈ ਆਤਮ ਪ੍ਰਗਾਸ ਕੋ, ਵੇਦ ਬਾਣੀ ਸਹਿਤ ਬਿਰੰਚ ਜਸ ਗਾਵੇ, ਜਾਕੋ ਸ਼ਿਵ ਮੁਨ ਗਹਿ ਨ ਤਜਾਤ ਕਬਲਾਸ ਕੋ। ਇਹ ਸਾਰੇ ਯਤਨ ਕਰ ਰਹੇ ਨੇ, ਪਰ ਨਾਮ ਦੀ ਵਡਿਆਈ ਕਿਸੇ ਬਖਸ਼ਿੰਦ ਦੀ ਝੋਲੀ ਪੈ ਕੇ ਉਹੀ ਉਸ ਨਾਮ ਦੀ ਵਡਿਆਈ ਨੂੰ ਸਮਝ ਸਕਦਾ ਹੈ, ਸੰਭਾਲ ਸਕਦਾ ਹੈ, ਜਿਹਦੇ ਉੱਤੇ ਕਰਤਾਰ ਦੀ ਰਹਿਮਤ ਹੋਏ। ਨਹੀਂ ਤੇ ਕਰਤਾਰ ਦੀ ਰਹਿਮਤ ਤੋਂ ਬਿਨਾਂ ਨਹੀਂ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ, ਇਹ ਵਡਿਆਈ ਸੀ ਨਾ ਕਿ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖੇ ਜਨ ਕੀਓ ਪ੍ਰਗਾਸ। ਗੁਰ ਅੰਗਦ ਦਿਓ ਨਿਧਾਨ, ਅਕਥ ਕਥਾ ਗਿਆਨ, ਪੰਚ ਭੂਤ ਵਸ ਕੀਨੇ ਜਮਤ ਨ ਤਰਾਸ। ਗੁਰ ਅਮਰ ਗੁਰੂ ਸ੍ਰੀ ਸਤ, ਕਲਯੁਗ ਰਾਖੀ ਪਤ, ਅਗਨ ਦੇਖਤ ਗਤ, ਚਰਨ ਕਵਲ ਜਾਸ। ਗੁਰੂ ਦੇ ਚਰਨਾਂ ਦੇ ਦੀਦਾਰ ਕੀਤਿਆਂ ਹੀ ਸਾਰੇ ਪਾਪ ਨਾਸ਼ ਹੋ ਜਾਂਦੇ। ਕਿਉਂ? ਇਸ ਲਈ ਹੋ ਜਾਂਦੇ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ। ਹਾਂ, ਜਿੱਥੇ ਤੁਸੀਂ ਦੇਖੋਗੇ ਇੱਕ ਤੋਂ ਵੱਧ ਅਸ਼ਟਪਦੀ ਹੈ ਤੇ ਉੱਥੇ ਅਸ਼ਟਪਦੀਆਂ ਪੜ੍ਹੋ, ਔਰ ਜਿੱਥੇ ਤੁਹਾਨੂੰ ਲੱਗੇਗਾ ਇੱਕੋ ਹੀ ਚੱਲ ਰਹੀ ਹੈ ਫਿਰ ਉੱਥੇ ਅਸ਼ਟਪਦੀਆ ਪੜ੍ਹੋ। ਇਹ ਵੀ ਜੁਗਤ ਜਿਹੜੀ ਹੈ ਸਿੱਖੀ ਜਾਂਦੀ ਹੈ ਤੇ ਸਿਖਾਈ ਜਾਂਦੀ ਹੈ। ਸਤਿਗੁਰੂ ਜੀ ਅਸ਼ਟਪਦੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਨਾਮੈ ਹੀ ਤੇ ਸਭ ਕਿਛ ਹੋਆ। ਇਸ ਕਰਕੇ ਇਹ ਬਖਸ਼ਿਸ਼ ਮਿਲੀ ਕਿਉਂਕਿ ਨਾਮ ਦੀ ਵਡਿਆਈ ਦਿੱਤੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ, ਔਰ ਗੁਰੂ ਅਮਰਦਾਸ ਜੀ ਤੱਕ ਤੇ ਇਹ ਬਚਨ ਵੀ ਵਰਤਿਆ ਗੁਰੂ ਕੇ ਢਾਡੀਆਂ ਨੇ, ਪਿਓ ਦਾਦੇ ਜੇਵਿਆ ਪੋਤਾ ਪ੍ਰਵਾਨ। ਪੋਤਾ ਪ੍ਰਵਾਨ ਗੁਰੂ ਅਮਰਦਾਸ ਜੀ ਨੂੰ ਆਖਿਆ। ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਜੇ ਗੁਰੂ ਨਾਨਕ ਸਾਹਿਬ ਹੀ ਨਹੀਂ ਵਡਿਆਈ ਦਿੰਦੇ ਤੇ ਫਿਰ ਕੌਣ ਦੇ ਸਕਦਾ ਸੀ ਵਡਿਆਈ? ਸਤਿਗੁਰੂ ਤੋਂ ਨਾਮ ਜਪਿਆ ਨਹੀਂ ਜਾਂਦਾ ਬਿਨਾਂ। ਗੁਰ ਕਾ ਸ਼ਬਦ ਮਹਾਰਸ ਮਿੱਠਾ, ਬਿਨ ਚਾਖੇ ਸਾਧ ਨਾ ਜਾਪੈ। ਇਹ ਤੇ ਜਿਹੜਾ ਗੁਣਾਂ ਦਾ ਗਾਹਕ ਹੋਏਗਾ ਉਹੀ ਜਾਗੇਗਾ, ਉਹੀ ਧਿਆਏਗਾ, ਉਹੀ ਸਮਝੇਗਾ ਕਿ
ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਇਹ ਉਹਨੂੰ ਹੀ ਸਵਾਦ ਆਏਗਾ ਜਿਹਨੇ ਇਹਦਾ ਸਵਾਦ ਲਿਆ ਹੈ, ਤੇ ਉਹ ਸਵਾਦ ਬਿਨਾਂ ਜਪ ਤੋਂ ਨਹੀਂ ਮਿਲ ਸਕਦਾ। ਬਿਨ ਚਾਖੇ ਸਾਧ ਨਾ ਜਾਪੈ, ਉਹ ਸਾਧ ਬਾਰੇ ਜਾਣਿਆ ਹੀ ਨਹੀਂ ਜਾ ਸਕਦਾ ਉਹ ਹੈ ਕਿਹੋ ਜਿਹਾ। ਤੇ ਜਿਸ ਨੇ ਇਹ ਚਾਖਿਆ, ਜਿਸ ਨੇ ਇਹ ਬੂੰਦ ਨਾਮ ਦੀ ਪ੍ਰਾਪਤ ਕੀਤੀ ਹੈ, ਉਹ ਕਹਿੰਦਾ ਮੇਰੇ ਮਨ ਮਿਸ਼ਟ ਲੱਗਿਆ ਪ੍ਰਿਆ ਬੋਲਾ, ਬੜਾ ਮਿੱਠਾ ਲੱਗਿਆ ਇਹ ਨਾਮ ਦਾ ਅੰਮ੍ਰਿਤ। ਗੁਰ ਬਾਹਾਂ ਪਕੜ ਪ੍ਰਭ ਸੇਵਾ ਲਾਇਆ, ਸਦ ਦਿਆਲ ਹਰ ਢੋਲਾ। ਉਹ ਢੋਲਾ ਲੱਗਣ ਲੱਗ ਗਿਆ। ਢੋਲਾ ਕਹਿੰਦੇ ਖਸਮ ਵਾਹਿਗੁਰੂ ਚੰਗਾ, ਚੰਗੇ ਤੋਂ ਚੰਗਾ। ਜਿਹਨੂੰ ਇਹ ਰਸ ਆਇਆ ਉਹੀ ਜਾਣਦਾ ਹੈ ਜੀ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੈ। ਗੁਰਮੁਖ ਹੋਵੇ ਤਾਂ ਏਕੋ ਜਾਣੈ, ਹਉ ਮੈਂ ਦੁਖ ਨਾ ਸੰਤਾਪੈ। ਕੌਡੀ ਬਦਲਾ ਜਨਮ ਗਵਾਇਆ, ਚੀਨਸ। ਚੀਨਸ ਇਹ ਬਿਹਾਰੀ ਲਫ਼ਜ਼ ਹੈ, ਚੀਨਣਾ। ਚੀਨਤਾ ਨਹੀਂ ਹੈ ਕਿਆ, ਚੀਨਾ ਨਹੀਂ ਹੈ ਕਿਆ। ਚੀਨਾ ਮਤਲਬ ਦੇਖਣਾ। ਕਿਆ ਤੈਨੂੰ ਦਿਖਿਆ ਨਹੀਂ ਇੰਨਾ ਕੁਛ ਤੇਰੇ ਸਾਹਮਣੇ ਹੈ। ਕਿ ਰਹਿਣ ਗਵਾਈ ਸੋਈ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੂੰ ਆਪਣਾ ਜਨਮ ਕੌਡੀ ਬਦਲੇ ਗਵਾ ਬੈਠਾ ਹੈ ਭਾਈ। ਚੀਨਸ ਨਾ ਹੀ ਆਪੈ, ਆਪਣਾ ਆਪ ਨਹੀਂ ਵੇਖਿਆ। ਹਾਂ, ਹੁਣ ਆਪਣੇ ਆਪ ਵੇਖਣ ਬਾਬਤ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਗੁਰੂ ਬਾਬਾ ਜੀ, ਤੁਸਾਂ ਨੇ ਇਹ ਕਿਉਂ ਆਖਿਆ ਕਿ ਨਾਮ ਦੀ ਪ੍ਰਾਪਤੀ ਤੋਂ ਬਿਨਾਂ ਅੰਧਕਾਰ ਹੈ, ਨਾਮ ਤੋਂ ਵਾਂਝਾ ਮਨੁੱਖ ਅੰਨਾ ਹੈ। ਇਹਦਾ ਕੀ ਮਤਲਬ ਹੋਇਆ? ਇਹ ਅੰਧਕਾਰ ਕਿਉਂ ਆਖਿਆ? ਨਾਮ ਤੋਂ ਵਾਂਝੇ ਮਨੁੱਖ ਨੂੰ ਕਿਹੜਾ ਅੰਧਕਾਰ ਹੈ? ਅੰਦਰ ਦਾ ਅੰਧਕਾਰ ਕੋਈ ਵੱਖਰਾ ਹੁੰਦਾ ਹੈ। ਮਹਾਰਾਜ ਜੀ ਨੇ ਕਿਹਾ ਇਹ ਦੀਦ ਨੇ, ਕਰਤਾਰ ਨੇ ਬਖਸ਼ੇ ਹੈ ਅੱਖਾਂ। ਅੱਖਾਂ ਵਿੱਚ ਚਾਨਣ ਵੀ ਬਖਸ਼ਿਆ। ਜਿਸ ਵੇਲੇ ਅੱਖਾਂ 'ਚ ਚਾਨਣ ਹੋਏ ਤੇ ਫਿਰ ਬੰਦੇ ਨੂੰ ਸਭ ਕੁਝ ਦਿਸਦਾ ਹੈ। ਪਰ ਅੱਖਾਂ ਦੇ ਵਿੱਚ ਚਾਨਣ ਵੀ ਤਾਂ ਦਿਸਦਾ ਜੇ ਬਾਹਰ ਚਾਨਣ ਹੋਏ। ਜੇ ਬਾਹਰ ਹਨੇਰਾ ਛਾ ਜਾਏ ਫਿਰ ਅੱਖਾਂ ਤੋਂ ਦਿਸਣਾ ਵੀ ਬੰਦ ਹੋ ਜਾਂਦਾ ਹੈ, ਬੰਦੇ ਨੂੰ ਹਨੇਰਾ ਦਿਸਦਾ ਹੈ। ਪਰ ਹਾਂ, ਜੇ ਬਾਹਰ ਹਨੇਰਾ ਹੋ ਜਾਏ ਬੰਦੇ ਨੂੰ ਇਹ ਤਾਂ ਪਤਾ ਹੁੰਦਾ ਨਾ, ਇਹ ਮੇਰੇ ਹੱਥ ਨੇ, ਇਹ ਮੇਰੇ ਪੈਰ ਨੇ, ਮੈਂ ਇੱਥੇ ਤੁਰਨਾ, ਇਹ ਰਸਤਾ ਹੈ, ਮੇਰਾ ਘਰ ਹੈ, ਇਹ ਸਭ ਕੁਝ ਪਤਾ ਹੁੰਦਾ ਹੈ। ਬੰਦੇ ਨੂੰ ਇਹ ਵੀ ਪਤਾ ਹੁੰਦਾ ਮੇਰਾ ਨਾਮ ਕੀ ਹੈ। ਜੇ ਬਾਹਰ ਹਨੇਰਾ ਛਾ ਜਾਏ ਬੰਦਾ ਆਪਣਾ ਨਾਮ ਥੋੜ੍ਹੀ ਭੁੱਲ ਜਾਂਦਾ ਹੈ। ਇਹ ਥੋੜ੍ਹੀ ਭੁੱਲ ਜਾਂਦਾ ਮੈਂ ਕੌਣ ਹਾਂ, ਮੈਂ ਕਿਹੜੇ ਪਿਛੋਕੜ, ਮੇਰਾ ਕਿਹੜਾ ਪਰਿਵਾਰ ਹੈ। ਉਹਨੂੰ ਸਭ ਕੁਝ ਯਾਦ ਰਹਿੰਦਾ। ਜੇ ਬਾਹਰ ਦਾ ਹਨੇਰਾ ਛਾ ਵੀ ਜਾਏ ਉਹਨੂੰ ਆਪਣੇ ਹੱਥ, ਉਹ ਭੋਜਨ ਕੋਈ ਨੱਕ 'ਚ ਥੋੜ੍ਹੀ, ਕੋਈ ਅੱਖ 'ਚ ਥੋੜ੍ਹੀ ਪਾ ਦੇਗਾ, ਭਾਵੇਂ ਹਨੇਰਾ ਵੀ ਹੋਏ ਉਹ ਹੱਥ ਉਹਦਾ ਮੂੰਹ 'ਚ ਹੀ ਜਾਏਗਾ ਗਿਰਾਸ। ਕਹਿੰਦੇ ਇਹ ਹੋਇਆ ਬਾਹਰ ਦਾ ਹਨੇਰਾ, ਬੰਦੇ ਨੂੰ ਇਹ ਪਤਾ ਹੁੰਦਾ ਮੈਂ ਕੌਣ ਹਾਂ। ਪਰ ਮਹਾਰਾਜ ਕਹਿੰਦੇ ਜਿਸ ਦਿਨ ਅੰਦਰ ਦਾ ਅੰਧਕਾਰ ਛਾ ਜਾਏ ਨਾ, ਬੰਦਾ ਇਹ ਵੀ ਭੁੱਲ ਜਾਂਦਾ ਕਿ ਮੈਂ ਹਾਂ ਕੌਣ, ਮੈਂ ਕਿਸ ਲਈ ਆਇਆ ਸੀ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਅੰਦਰ ਦਾ ਅੰਧਕਾਰ ਛਾ ਜਾਏ ਬੰਦਾ ਆਪਣਾ ਸਭ ਕੁਝ ਭੁੱਲ ਜਾਂਦਾ ਹੈ ਕਿ ਮੈਂ ਕਿਉਂ ਆਇਆ ਸੀ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਮੈਂ ਭੁੱਲ ਬੈਠਾ ਕਿ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਭਾਈ। ਇਸ ਕਰਕੇ ਮਹਾਰਾਜ ਕਹਿੰਦੇ ਕੌਡੀ ਬਦਲਾ ਜਨਮ ਗਵਾਇਆ, ਚੀਨਸ ਨਾ ਹੀ ਆਪੈ। ਇਹ ਅੰਦਰ ਦਾ ਅੰਧਕਾਰ ਆਪਣਾ ਆਪ ਨਹੀਂ ਵੇਖਣ ਦਿੰਦਾ। ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉਮੈ ਦੁੱਖ ਨਾ ਸੰਤਾਪੈ। ਅਹੰਗ ਦੀ ਦੀਵਾਰ ਹੈ ਜਿਹੜੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਇਹ ਅਹੰਕਾਰ ਦੀ, ਹਉਮੈ ਦੀ ਕੰਧ ਦੁੱਖਾਂ ਵਾਲੀ ਟੁੱਟੇਗੀ। ਉਸ ਵੇਲੇ ਕੋਈ ਆਪਣੇ ਆਪ ਨੂੰ ਚੀਨੇਗਾ। ਤੇ ਜਿਹੜਾ ਗੁਰੂ ਦੇ ਸਨਮੁਖ ਬੈਠਾ, ਗੁਰਮੁਖ ਹੋਵੇ ਦਾ ਮਤਲਬ ਗੁਰੂ ਵੱਲ ਮੁਖ ਕਰਨ ਵਾਲਾ, ਗੁਰੂ ਨੂੰ ਧਿਆਉਣ ਵਾਲਾ, ਗੁਰੂ ਨੂੰ ਮੰਨਣ ਵਾਲਾ, ਉਹ ਇੱਕ ਪ੍ਰਭੂ ਦੀ ਦਾਤ ਨੂੰ ਜਾਣ ਕੇ ਆਪਣੇ ਅੰਦਰੋਂ ਦੁਚਿੱਤੀ ਭਾਵਨਾ ਗਵਾ ਕੇ ਦੁੱਖ ਤੇ ਸੰਤਾਪ ਦੂਰ ਕਰਦਾ ਹੈ ਜੀ। ਬਲਹਾਰੀ ਗੁਰ ਆਪਣੇ ਬਿਟੂ, ਜਿਨ ਸਾਚੇ ਸਿਉ ਲਿਵ ਲਾਈ। ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ ਰਹਾਉ। ਇਸ ਪ੍ਰਕਾਰ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਬੁਲਾਰ ਜੀ ਨੂੰ ਕਿਹਾ ਕਿ ਰਾਏ ਬੁਲਾਰ ਜੀ, ਬਾਹਰ ਦਾ ਹਨੇਰਾ ਇੰਨਾ ਖਤਰਨਾਕ ਨਹੀਂ ਜਿੰਨਾ ਅੰਦਰ ਦਾ ਹਨੇਰਾ ਖਤਰਨਾਕ ਹੈ। ਬਾਹਰ ਦਾ ਹਨੇਰਾ ਆਪਣਾ ਆਪ ਥੋੜ੍ਹੀ ਭੁੱਲਣ ਦਿੰਦਾ, ਪਰ ਅੰਦਰ ਦਾ ਅੰਧਕਾਰ ਜਿਹੜਾ ਉਹ ਤੇ ਜੇ 100 ਚੰਦਾ ਉਗਵਹਿ, ਸੂਰਜ ਚੜ੍ਹੇ 1000, ਉਹ ਤੇ ਐਵੇਂ ਦੂਰ ਨਹੀਂ ਹੋ ਸਕਦਾ।
ਉਹ ਦੂਰ ਹੋਏਗਾ। ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜੇ ਇਵੇਂ ਹੀ ਚਾਨਣ ਹੋ ਜਾਂਦਾ ਤੇ ਫਿਰ ਸਭ ਕੁਝ ਕਰ ਲੈਂਦੇ। ਫਿਰ ਗੁਰੂ ਤੋਂ ਬਿਨਾਂ ਅੰਧਿਆਰਾ ਹੈ। ਬਲਿਹਾਰੀ ਗੁਰ ਆਪਣੇ ਆਪਣੇ ਵਿਟੋਂ, ਆਪਣੇ ਗੁਰੂ ਤੋਂ ਬਲਿਹਾਰ ਜਾਈਏ। ਤੇ ਆਸਾ ਕੀ ਵਾਰ ਦੀ ਸ਼ੁਰੂਆਤ ਹੀ ਹੈ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਨ ਸਾਚੇ ਸਿਉ ਲਿਵਲਾਈ। ਉਸ ਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਵਿੱਚ ਇੱਕ ਐਸੀ ਸਾਂਝ ਹੈ ਕਿ ਗੁਰ ਪਰਮੇਸ਼ਰ ਇੱਕੋ ਜਾਨ, ਉਹ ਇੱਕੋ ਹੀ ਹੈ। ਇਸ ਕਰਕੇ ਗੁਰੂ ਨੇ ਵਾਹਿਗੁਰੂ ਦੇ ਨਾਲ ਲਿਵਲਾਤੀ। ਸ਼ਬਦ ਚੀਨ ਆਤਮ ਪ੍ਰਗਾਸਿਆ। ਫਿਰ ਸ਼ਬਦ ਰਾਹੀਂ ਆਪਣੇ ਆਪ ਨੂੰ, ਚੀਨ ਦੇ ਨੰਨੇ ਨੂੰ ਸਿਹਾਰੀ ਹੈ। ਸ਼ਬਦ ਰਾਹੀਂ ਆਪਣੇ ਆਪ ਨੂੰ ਵੇਖਿਆ ਅਸੀਂ ਕਿ ਅਸੀਂ ਕਿੱਥੇ ਖੜੇ ਹਾਂ। ਇਹਨੂੰ ਦਰਪਣ ਆਖਿਆ ਮਹਾਰਾਜ ਜੀ ਨੇ ਸ਼ਬਦ ਨੂੰ। ਦਰਪਣ ਕਹਿੰਦੇ ਆਈਨਾ, ਜਿਹੜਾ ਸਪਸ਼ਟ, ਜਿਸ ਤਰ੍ਹਾਂ ਬਾਹਰੋਂ ਸ਼ੀਸ਼ਾ ਦੇਖੀਏ ਨਾ, ਕਹਿੰਦੇ ਸ਼ੀਸ਼ਾ ਝੂਠ ਨਹੀਂ ਬੋਲਦਾ। ਦਰਪਣ ਜੋ ਹੁੰਦਾ ਉਹੀ ਅਕਸ ਦਿਖਾਉਂਦਾ ਸਾਡਾ। ਇਸ ਤਰ੍ਹਾਂ ਸ਼ਬਦ ਜਿਹੜਾ ਕੁਝ ਸਾਡੇ ਅੰਦਰ ਹੈ ਉਹ ਦਿਖਾ ਦਿੰਦਾ ਹੈ। ਸ਼ਬਦ ਰਾਹੀਂ ਜਦ ਆਪਣੇ ਆਪ ਨੂੰ ਵੇਖਿਆ, ਸ਼ਬਦ ਚੀਨ ਆਤਮ ਪ੍ਰਗਾਸਿਆ, ਫਿਰ ਵੇਖ ਕੇ ਆਪਣਾ ਆਪ ਸਵਾਰਿਆ। ਸਹਿਜੇ ਰਿਹਾ ਸਮਾਈ, ਸਹਿਜੇ ਸਹਿਜ ਫਿਰ ਮਨ ਗੁਰੂ ਦੇ ਸ਼ਬਦ ਵਿੱਚ ਜੁੜਨਾ ਸ਼ੁਰੂ ਹੋਇਆ। ਰਹਾਓ ਗੁਰਮੁਖ ਗਾਵੇ ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ। ਜਿਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਗੁਰਮੁਖ ਹੀ ਗਾਏਗਾ, ਗੁਰੂ ਦੇ ਸਨਮੁਖ ਜੁੜਨ ਵਾਲਾ ਗੁਰਮੁਖ ਹੀ ਬੁੱਝੇਗਾ। ਗੁਰੂ ਦੇ ਰਾਹੀਂ ਗੁਰਮੁਖ ਸ਼ਬਦ ਵਿਚਾਰੇ। ਅਸੀਂ ਆਪਣੀ ਆਪਣੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਦਾ ਸ਼ਬਦ ਲੈ ਕੇ ਆਪਣੇ ਆਪਣੇ ਅਰਥ ਕਰਨੇ ਸ਼ੁਰੂ ਕਰ ਦਿੱਤੇ ਹੈ। ਉਹ ਅਰਥ ਤਾਂ ਕਰਦੇ ਹਾਂ ਜਾਂ ਅਸੀਂ, ਸਾਡੇ ਅੰਦਰ ਹਿਰਸ ਹੁੰਦਾ, ਲਾਲਚ ਹੁੰਦਾ, ਭੁੱਖ ਹੁੰਦੀ ਹੈ। ਹਿਰਸ ਦੇ ਵਿੱਚ ਹੀ ਕਿਸੇ ਦੇ ਅੱਗੇ ਸਿਰ ਝੁਕਦਾ ਜਾਂ ਡਰ ਹੁੰਦਾ ਕਿਸੇ ਦਾ। ਇਹ ਦੋ ਚੀਜ਼ਾਂ ਸਾਡੇ ਅੰਦਰ ਆ ਜਾਣ ਤੇ ਅਸੀਂ ਸ਼ਬਦ ਨੂੰ ਵੀ ਨਹੀਂ ਸਮਝ ਸਕਦੇ। ਜਿਸ ਵੇਲੇ ਗੁਰੂ ਦੇ ਦਰ 'ਤੇ ਪਹੁੰਚਦੇ ਹਾਂ, ਗੁਰੂ ਲਾਲਚ ਤੇ ਡਰ ਦੋਨੋਂ ਦੂਰ ਕਰਦੇ ਨੇ, ਤਾਂ ਸੱਚ ਸ਼ਬਦ, ਸੱਚ ਧਰਮ ਦੀ ਸੋਝੀ ਪੈਂਦੀ ਹੈ। ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ। ਇਹ ਸਭ ਕੁਝ ਗੁਰੂ ਦੀ ਬਖਸ਼ਿਸ਼ ਨਾਲ ਮਿਲਿਆ। ਗੁਰੂ ਦਾ ਗੁਰ ਮਿਲਿਆ, ਗੁਰੂ ਦੀ ਵਿਦਿਆ ਮਿਲੀ ਹੈ, ਗੁਰੂ ਦੀ ਸਾਨੂੰ ਸੋਝੀ ਮਿਲੀ ਹੈ। ਇਹ ਮਨ ਵਿਕਸਦਾ ਹੈ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਆਪਣੇ ਜੀਵਨ ਦਾ ਸੱਚ ਕਾਰਜ ਸਵਾਰਦਾ ਹੈ। ਉਹ ਇਹ ਕਾਰਜ ਹੈ ਕਿ ਭਾਈ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਈ ਚੁਲੰਭ ਜੇ ਸਤਿਗੁਰ ਪਾਇਆ। ਇਹ ਮਾਨਸ ਜਨਮ ਦੁਲੰਭ ਮਿਲਿਆ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਚੱਲੈ ਜਨਮ ਸਵਾਰ ਵਖਰ ਸੱਚ ਲੈ। ਜੇ ਜਨਮ ਸਵਾਰਨਾ ਹੈ, ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਸਾ ਲੈ। ਚੱਲੈ ਜਨਮ ਸਵਾਰ ਵਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ। ਸਤਿਗੁਰੂ ਦੇ ਸ਼ਬਦ ਪੈ ਦੇ ਵਿੱਚ ਤੈਨੂੰ ਸੱਚੀ ਪਤ ਮਿਲ ਜਾਏਗੀ। ਗੁਰਮੁਖ ਹੀ ਆਪਣੇ ਕਾਰਜ ਨੂੰ ਸਵਾਰਦੇ ਨੇ ਜੀ। ਮਨ ਮੁਖ ਅੰਧਾ ਅੰਧ ਕਮਾਵੈ, ਬਿਖ ਖੱਟੇ ਸੰਸਾਰੇ। ਮਾਇਆ ਮੋਹ ਸਦਾ ਦੁਖ ਪਾਏ, ਬਿਨ ਗੁਰ ਅਤ ਪਿਆਰੇ। ਮਨਮੁਖ, ਮਨ ਦੇ ਪਿੱਛੇ ਤੁਰਨ ਵਾਲਾ। ਫਿਰ ਮਹਾਰਾਜ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ, ਰਾਏ ਜੀ ਬਾਹਰ ਦਾ ਹਨੇਰਾ ਤੇ ਫਿਰ ਸਮਝ ਆਉਂਦਾ ਆਪਣਾ ਆਪ, ਅੰਦਰ ਦਾ ਹਨੇਰਾ ਆਪਣੇ ਆਪ ਨੂੰ ਭੁਲਾਈ ਬੈਠਾ। ਅਸੀਂ ਅੰਨੇ ਹੋ ਚੁੱਕੇ ਹਾਂ। ਇਸ ਕਰਕੇ ਅੰਧੇ ਇਹ ਨਾ ਆਖੀਆਂ, ਜਿਨ ਮੁਖ ਲੋਇਣ ਨਾਹੀਂ, ਅੰਧੇ ਸਈ ਨਾਨਕਾ ਖਸਮੋ ਕੁੱਥੇ ਜਾਹੀ। ਖਸਮ ਵਾਹਿਗੁਰੂ ਤੋਂ ਵਿਛੜੇ ਹੋਏ ਅੰਨੇ ਨੇ। ਉਹ ਥੋੜ੍ਹੀ ਅੰਨੇ ਨੇ ਜਿਨ੍ਹਾਂ ਦੇ ਮੁਖ 'ਤੇ ਲੋਇਣ ਨਹੀਂ ਹੈਗੇ। ਨਹੀਂ, ਉਹ ਅੰਨੇ ਨੇ ਜਿਹੜੇ ਖਸਮ ਤੋਂ ਕੁੱਥੇ ਗਏ, ਖਸਮ ਤੋਂ ਟੁੱਟ ਗਏ। ਇਸ ਕਰਕੇ ਮਨਮੁਖ ਅੰਧਾ ਅੰਧ ਕਮਾਵੈ, ਬਿਖ ਖੱਟੇ ਸੰਸਾਰੇ। ਕਾਚਾ ਤਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਵਿਖਿਆ ਦਾ ਧਨ ਕੋਈ ਇਹ ਨਹੀਂ ਕਿ ਅਸੀਂ ਗ੍ਰਸਤ ਕਰਦੇ ਹਾਂ ਤੇ ਪੈਸਾ ਕਮਾ ਕੇ ਲਿਆ ਰਹੇ ਹਾਂ। ਵਿਖਿਆ ਦਾ ਧਨ ਉਹ ਹੈ ਕਿ ਅਸੀਂ ਸੋਚੀ ਬੈਠੇ ਹਾਂ ਕਿ ਸਾਡੇ ਕੋਲ 100 ਸਾਲਾਂ ਤੱਕ ਪੈਸਾ ਹੋਣਾ ਚਾਹੀਦਾ, ਬਹੁਤ ਹੋਣਾ ਚਾਹੀਦਾ। ਉਸ ਹਿਰਸ ਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਪਾਪ ਕਰਨਾ ਸ਼ੁਰੂ ਕਰ ਦਿੱਤਾ, ਠੱਗੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹਨੂੰ ਮਹਾਰਾਜ ਜੀ ਨੇ ਬਿਖ ਆਖਿਆ।
ਬਿਖ ਖੱਟੇ ਸੰਸਾਰੇ, ਬਿਖ ਹੀ ਖੱਟਦੇ ਆ। ਮਾਇਆ ਮੋਹੇ ਨਹੀਂ ਪੜਨਾ, ਭਾਈ ਸਾਹਿਬ ਨੇ ਮੋਹ ਪੜਿਆ, ਸਿਹਾਰੀ ਲੱਗੀ ਹੋਈ ਹੈ ਮੋਹ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ। ਜਿਹੜਾ ਹੈ ਮਾਇਆ ਮੋਹ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ। ਬਿਨਾ ਗੁਰੂ ਤੋਂ ਸਾਡੇ ਅੰਦਰ ਪਿਆਰਾ ਪ੍ਰਭੂ ਕਦੀ ਵਸ ਨਹੀਂ ਸਕਦਾ। ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਗੁਰਮੁਖਾਂ ਨੂੰ ਸੋਝੀ ਮਿਲਦੀ ਹੈ ਜੀ। ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਪਾਏ। ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ। ਉਹੀ ਸੇਵਕ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਭਾਏ। ਗੁਰਸਿੱਖ ਮੀਤ ਚਲਹੁ ਗੁਰ ਚਾਲੇ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਫਿਰ ਕਥਾ ਗੁਰੂ ਦੇ ਸ਼ਬਦ ਦੀ ਚੰਗੀ ਲੱਗਦੀ ਹੈ, ਨਿਰਾਲਾ ਬਣਾ ਦਿੰਦੀ ਹੈ। ਨਿਰਾਲੀ ਦਾ ਮਤਲਬ ਜਿਸ ਤਰ੍ਹਾਂ ਚਿੱਕੜ ਕਮਲ ਦੇ ਫੁੱਲ ਦੇ ਨਾਲ ਦਾ ਸੰਬੰਧ ਰੱਖਿਆ। ਕਿਹੋ ਜਿਹਾ? ਜੇ ਚਿੱਕੜ ਵੱਧਦਾ ਤੇ ਕਮਲ ਦਾ ਫੁੱਲ ਵੀ ਹੋਰ ਉੱਚਾ ਹੋ ਜਾਂਦਾ। ਇਹਦਾ ਮਤਲਬ ਨਿਰਲੇਪ ਹੈ। ਜਿੰਨਾ ਮਾਇਆ ਦਾ ਮੋਹ, ਜਿੰਨਾ ਸਾਨੂੰ ਦੁੱਖ ਸੰਤਾਪ, ਜਿੰਨਾ ਕੋਈ ਆਲਾ ਦੁਆਲਾ ਸਾਡਾ ਭਾਵੇਂ ਜਿੰਨਾ ਮਰਜ਼ੀ ਸਾਨੂੰ ਪ੍ਰਭਾਵ ਪਾਏ, ਉਨਾ ਹੀ ਸਾਨੂੰ ਇਹ ਗੁਰੂ ਦੀ ਕਥਾ, ਗੁਰੂ ਦੇ ਸ਼ਬਦ ਦੀ ਵਿਚਾਰ ਨਿਰਾਲਾ ਕਰੇ। ਇਹ ਹੈ ਪ੍ਰਭੂ ਦੀ ਕਥਾ ਨਿਰਾਲੀ, ਜਿਹਨੂੰ ਕਿਹਾ ਮਹਾਰਾਜ ਜੀ ਨੇ। ਇਹ ਜੇ ਕੋਈ ਗੁਰੂ ਦੇ ਚਾਲ ਚੱਲਦਾ ਹੈ, ਜਿਹੜੀ ਚਾਲ ਹੈ ਸੇਵੇ ਸਤਿਗੁਰ ਨੂੰ ਸੇਵ ਕੇ, ਚਾਲੈ ਸਤਿਗੁਰ ਭਾਏ। ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ। ਇਹ ਭਾਈ ਸਾਲਾਹੀ ਸਾਲਾਹੇ, ਇਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹ, ਪਵੈ ਸਮੁੰਦ ਨਾ ਜਾਣੀਐ, ਸਮੁੰਦ ਸ਼ਾਹ ਸੁਲਤਾਨ। ਸਿਫਤ ਸਲਾਹ ਕਰੋ ਭਾਈ। ਸਿਫਤ ਸਲਾਹ ਦੇ ਵਿੱਚ ਨਦੀਆਂ ਨਾਲੇ ਵੀ ਜਿਹੜੇ ਜਿਨ੍ਹਾਂ ਦੇ ਵੱਖ-ਵੱਖ ਨਾਮ ਹੁੰਦੇ ਨੇ, ਜਦ ਉਹ ਸਮੁੰਦਰ 'ਚ ਮਿਲ ਜਾਂਦੇ ਤੇ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਆ। ਅਤੇ ਸਭ ਤੋਂ ਚੰਗੀ ਸਿਫਤ ਸਲਾਹ ਹੈ ਸੱਚੇ ਸ਼ਬਦ ਦੀ। ਜਦ ਸਿਫਤ ਸਲਾਹ ਕਰੋਗੇ ਤੇ ਸੱਚੀ ਬਖਸ਼ਿਸ਼, ਸੱਚਾ ਸਾਹਿਬ ਮਨ ਵਿੱਚ ਵਸਦਾ ਹੈ ਜੀ। ਸੱਚੀ ਬਾਣੀ ਗੁਰਮੁਖ ਆਖੈ, ਹਉ ਮੈਂ ਵਿੱਚੋਂ ਜਾਏ। ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਬਾਣੀ ਸੱਚੀ ਗੁਰਮੁਖ, ਗੁਰੂਮੁਖ, ਇੱਥੇ ਗੁਰਮੁਖ ਆਖਿਆ ਗੁਰੂ ਨੂੰ। ਗੁਰੂ ਦੀ ਬਖਸ਼ਿਸ਼, ਜਿਹਦੇ ਜਿਸ ਤਰ੍ਹਾਂ ਅਸੀਂ ਇੱਕ ਵਚਨ ਪੜ੍ਹਦੇ ਹਾਂ ਕਿ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਇ। ਪਹਿਲਾ ਗੁਰਮੁਖ ਹੈ, ਗੁਰੂ ਹੈ, ਕਿਉਂਕਿ ਜਿਹੜੇ ਗੁਰੂ ਨੇ ਉਹਨਾਂ ਦਾ ਮੁਖ ਵੀ ਆਪਣੇ ਗੁਰੂ ਵੱਲ ਹੈ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਗੁਰੂ ਕਰਤਾਰ ਹੈ। ਫਿਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਵੀ ਗੁਰਮੁਖ ਬਣਦਾ ਹੈ। ਇਸ ਕਰਕੇ ਤੇ ਮਹਾਰਾਜ ਜੀ ਨੇ ਕਿਹਾ ਨਾ ਕਿ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਕਿ ਇੱਕ ਦੀਵਾ ਬੁਝੇ ਹੋਏ ਦੀਵੇ ਨੂੰ ਸੇਮ ਉਹੋ ਜਿਹੀ ਲਾਟ ਦੇ ਦਿੰਦਾ ਹੈ ਜਿਹੜੀ ਲਾਟ ਜਗਦੇ ਹੋਏ ਦੀਵੇ ਵਿੱਚ ਹੁੰਦੀ ਹੈ। ਕੋਈ ਭੇਤ ਫਰਕ ਨਹੀਂ ਹੁੰਦਾ। ਗੁਰੂ ਵੀ ਆਪਣੇ ਕੋਲ ਆਏ ਨੂੰ ਇੰਨਾ ਕੁ ਬਖਸ਼ਿੰਦ ਬਣਾ ਦਿੰਦਾ ਹੈ ਕਿ ਉਹ ਵੀ ਆਪਣੇ ਮੁਖ ਤੋਂ ਸੱਚੀ ਬਾਣੀ। ਅਸੀਂ ਗੁਰੂ ਦੇ ਬਸਤਰ ਨਹੀਂ ਪਾ ਸਕਦੇ। ਗੁਰੂ ਨਾਨਕ ਸਾਹਿਬ ਦਾ ਵੀ ਚੋਲਾ ਪਿਆ ਹੋਇਆ ਹੈ। ਤੁਸੀਂ ਉੱਥੇ ਜਾਓ ਆਪਣਾ ਬਟਾਲੇ ਦੀ ਧਰਤੀ 'ਤੇ, ਉੱਥੇ ਗੁਰੂ ਸਾਹਿਬ ਦੇ, ਗੁਰੂ ਤੇਗ ਬਹਾਦਰ ਸਾਹਿਬ ਦਾ ਕੜਾ ਵੀ ਮਿਲਦਾ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਵੀ ਹੈ। ਸ਼ਸਤਰ ਬਸਤਰ ਕਿੰਨੇ ਨੇ, ਪਰ ਕੋਈ ਸ਼ਸਤਰ ਬਸਤਰ ਨਹੀਂ ਪਾ ਸਕਦਾ ਗੁਰੂ ਦੇ, ਕੋਈ ਨਹੀਂ ਪਾ ਸਕਦਾ। ਪਰ ਜਿਹੜੀ ਬਾਣੀ ਗੁਰੂ ਨਾਨਕ ਸਾਹਿਬ ਦੀ ਜ਼ੁਬਾਨ 'ਤੇ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 10 ਗੁਰੂ ਸਾਹਿਬਾਨਾਂ ਦੀ ਜ਼ੁਬਾਨ 'ਤੇ ਸੀ। ਸਿੱਖਾ ਤੇਰੀ ਜ਼ੁਬਾਨ 'ਤੇ ਵੀ ਉਸ ਬਾਣੀ ਨੂੰ ਪੜ੍ਹਨ ਦਾ ਮਾਣ ਹੈ। ਕਦੀ ਇਹ ਬਾਣੀ ਇਸ ਭਾਵਨਾ ਨਾਲ ਪੜ੍ਹ ਕਿ ਗੁਰੂ ਨਾਨਕ ਸਾਹਿਬ ਵੀ ਇਹੀ ਗਾਉਂਦੇ ਸੀ। ਕਿੱਡੀ ਵੱਡੀ ਦਾਤ ਹੈ ਕਿ ਅਸੀਂ ਉਹ ਗਾ ਰਹੇ ਹਾਂ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਗਾਵਿਆ। ਵਾਹ, ਇਹ ਜ਼ੁਬਾਨ ਕਿੰਨੀ ਧਨ ਹੈ, ਇਹ ਜੇਬਾ ਕਿੰਨੀ ਧਨ ਹੈ, ਇਹ ਸਰੀਰ ਕਿੰਨਾ ਧਨ ਹੈ ਕਿ ਜਿਸ ਗੁਰੂ ਕਰਤਾਰ ਨੇ ਗਾਇਆ ਸਾਨੂੰ ਉਹੀ ਗਾਣ ਦਾ ਸੁਭਾਗ ਮਿਲਿਆ। ਜੋ ਗੁਰੂ ਦੀ ਜ਼ੇਬਾ 'ਤੇ ਸੀ ਉਹ ਸਾਡੀ ਜ਼ੇਬਾ 'ਤੇ ਆ ਗਈ। ਅੱਛਾ, ਇੱਥੇ ਤੱਕ ਨਹੀਂ, ਜੋ ਗੁਰੂ ਦੇ ਚਿੰਤਨ ਵਿੱਚ ਸੀ ਉਹ ਸਾਡੇ ਚਿੰਤਨ ਵਿੱਚ ਆ ਗਈ। ਅਤੇ ਜੋ ਗੁਰੂ ਕਰਤਾਰ ਦੇ ਅੰਦਰ ਪੂਰਾ ਤੁਰ ਅੰਦਰ ਵਸੀ ਹੋਈ ਸੀ,
ਉਹ ਵੀ ਸਾਡੇ ਤੁਰ ਅੰਦਰ ਵਸ ਜਾਏ। ਫਿਰ ਭੇਤ ਥੋੜ੍ਹੀ ਰਿਹਾ। ਇਹਨੂੰ ਕਿਹਾ ਗੁਰਮੁਖ ਜਿਹੜੀ ਸੱਚੀ ਬਾਣੀ ਆ ਉਹੀ ਗਾਉਂਦੇ। ਸਾਚੀ ਬਾਣੀ ਗੁਰਮੁਖ ਆਖੈ, ਹਉਮੈ ਵਿੱਚੋਂ ਹੋ ਜਾਏ। ਇਸ ਬਾਣੀ ਨੇ ਮੈਲ ਧੋ ਕੇ ਰੱਖ ਦੇਣੀ। ਕਦੋਂ ਤੇ ਕਿਵੇਂ ਧੁਲੇਗੀ ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ। ਇੱਕ ਨਿਮਖ ਵਿੱਚ ਗੁਰੂ ਕਲਾ ਵਰਤਾ ਦੇ ਤੇ ਐ ਨਰੋਆ ਕਰ ਦਿੰਦਾ, ਪਾਪ ਕੱਟ ਦਿੰਦਾ, ਵਿੱਚੋਂ ਜਾਏ ਹਉਮੈ ਚਲੀ ਜਾਂਦੀ ਹੈ। ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ। ਉਹ ਦਾਤਾ ਕਰਮ, ਕਰਮ ਦਾ ਮਤਲਬ ਬਖਸ਼ਿੰਦ ਹੈ, ਬਖਸ਼ਿਸ਼ ਕਰਨ ਵਾਲਾ ਹੈ। ਉਹੀ ਦਾਤਾ ਸੱਚਾ ਸ਼ਬਦ ਸੁਣਾ ਕੇ ਇਸ ਧਰਤੀ ਦੇ ਲੋਕਾਂ ਨੂੰ, ਸੜਦੇ ਬਲਦਿਆਂ ਨੂੰ ਠਾਰਦਾ ਹੈ ਜੀ। ਗੁਰਮੁਖ ਕਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਸਦਾ ਅਲਿਪਤ ਸਾਚੈ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ। ਫਿਰ ਉਹ ਗੁਰਮੁਖ ਘਾਲਣਾ ਕਰਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਫਿਰ ਉਹ ਘਾਲਣਾ ਕਰਦਾ ਹੈ, ਆਲਣਾ ਕਰਕੇ ਆਪ ਜਪਦਾ ਹੈ, ਆਪ ਪ੍ਰਾਪਤ ਕਰਦਾ ਹੈ। ਨਾਨਕ ਤਰੈ ਤਾਰੇ ਗੁਰ ਸਿੱਖ। ਫਿਰ ਆਪ ਤਰ ਕੇ ਫਿਰ ਉਹ ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਫਿਰ ਉਹ ਦੂਜਿਆਂ ਨੂੰ ਦੱਸਦਾ, ਉਹ ਦੂਸਰਿਆਂ ਨੂੰ ਕਿ ਉਹ ਗੁਰਸਿੱਖ ਜਿਹੜਾ ਹੈ ਨਾ, ਉਹ ਗੁਰੂ ਨੂੰ ਪਿਆਰਾ ਲੱਗਦਾ। ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪਹਿ ਅਵਰਹ ਨਾਮ ਜਪਾਵੈ। ਇਹ ਗੁਰਸਿੱਖ ਦੀ ਕਾਲਣਾ ਹੈ ਜੀਵਨ ਦੀ। ਆਪਣਾ ਆਪ ਵੀ ਸਵਾਰੀਏ, ਆਪਾਂ ਦੂਜਿਆਂ ਦਾ ਵੀ ਸਵਾਰੀਏ। ਪਰ ਪਹਿਲਾਂ ਜੇ ਘਾਲਣਾ ਹੀ ਨਹੀਂ ਕੀਤੀ, ਖਟਿਆ ਹੀ ਨਹੀਂ, ਫਿਰ ਮਹਾਰਾਜ ਜੀ ਦੀ ਬਾਣੀ ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਛੂਛਾ ਘੱਟ ਬੋਲੇ। ਫਿਰ ਤੇ ਖੜਕਦਾ ਹੀ ਰਹੇਗਾ ਭਾਂਡਾ। ਖੜਕਦਾ ਭਾਂਡਾ ਕਦੀ ਸ਼ਾਂਤੀ ਨਹੀਂ ਦਿੰਦਾ, ਨਾ ਉਹ ਆਪ ਸ਼ਾਂਤੀ ਦਿੰਦਾ, ਨਾ ਦੂਜੇ ਨੂੰ ਸਬਰ ਦਿੰਦਾ। ਕਹਿੰਦੇ ਜਿਹੜਾ ਭਰਿਆ ਹੋ ਗਿਆ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਨਾ ਕਬਹੂ ਡੋਲੇ। ਜਿਹੜਾ ਭਰ ਜਾਂਦਾ ਉਹ ਟਿਕ ਜਾਂਦਾ ਹੈ। ਪਹਿਲਾਂ ਅਸੀਂ ਟਿਕੀਏ। ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ। ਫਿਰ ਜਪਾਉਂਦਾ ਉਹ ਸਦਾ ਅਲਿਪਤ ਸਾਚੈ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ। ਗੁਰੂ ਦੀ ਬਖਸ਼ਿਸ਼ ਨਾਲ ਉਹ ਅਲਿਪਤ ਰਹਿੰਦੇ ਨੇ ਤੇ ਸਹਿਜ ਵਿੱਚ ਜੁੜੇ ਰਹਿੰਦੇ ਨੇ। ਪਰ ਇਹ ਸਹਿਜ ਕਰਮ ਬਖਸ਼ਿਸ਼ ਨਾਲ ਮਿਲਦਾ ਹੈ ਜੀ। ਮਨ ਮੁਖ ਸਦ ਹੀ ਕੂੜੋ ਬੋਲੇ, ਬਿਖ ਬੀਜੈ ਬਿਖ ਖਾਏ। ਜਮ ਕਾਲ ਬਾਧਾ ਤ੍ਰਿਸ਼ਨਾ ਦਾਧਾ, ਬਿਨ ਗੁਰ ਕਵਣ ਛਡਾਏ। ਬਸ ਜਿਹੜਾ ਖਾਲੀ ਭਾਂਡਾ ਹੈ ਉਹ ਤੇ ਖੜਕੇਗਾ ਭਾਈ। ਕਿਉਂ ਖੜਕੇਗਾ? ਇਹ ਸਵਾਲ ਠੀਕ ਨਹੀਂ ਹੈ। ਉਹਨੇ ਖੜਕਣਾ, ਉਹਦਾ ਸੁਭਾਅ ਹੈ। ਮਨਮੁਖ ਕੂੜ ਕਿਉਂ ਬੋਲੇਗਾ? ਉਹ ਸੱਚ ਕਿਉਂ ਨਹੀਂ ਬੋਲ ਸਕਦਾ? ਉਹ ਇਵੇਂ ਕਿਉਂ ਨਹੀਂ ਹੋ ਸਕਦਾ? ਨਹੀਂ ਹੋ ਸਕਦਾ। ਮਨਮੁਖਤਾਈ ਦਾ ਸੁਭਾਅ ਹੈ, ਮੈਲਾ ਬੋਲੇਗਾ, ਕੂੜ ਬੋਲੇਗਾ। ਉਹ ਸਦਾ ਹੀ ਬਿਖ ਬੀਜੈ ਬਿਖ ਖਾਏ। ਉਹ ਬਿਖ ਹੀ ਦੇ ਬੀਜ ਬੋਏਗਾ ਤੇ ਬਿਖ ਹੀ ਅੱਗੋਂ ਵੱਢੇਗਾ। ਜਮ ਕਾਲ ਬਾਧਾ ਤ੍ਰਿਸ਼ਨਾ ਦਾਧਾ, ਤ੍ਰਿਸ਼ਨਾ ਵਿੱਚ ਉਹਦੀ ਸੁਰਤ ਸਦਾ ਹੀ ਗੱਡੀ ਰਹੇਗੀ। ਜੇ ਸੋਚੇਗਾ ਵੀ ਨਾ ਦਾਨ ਦੇਣ ਬਾਰੇ, ਫਿਰ ਤ੍ਰਿਸ਼ਨਾ ਦਾ ਖਿਆਲ ਆ ਜਾਏਗਾ, ਨਹੀਂ ਉਹ ਖਾਈ ਨਾ ਮਰ ਜਾ, ਮੇਰੇ ਵਾਸਤੇ ਕੀ ਬਚੇਗਾ, ਨਹੀਂ ਅੱਛਾ ਇੰਨਾ ਦੇ ਦਿੰਦੇ ਹਾਂ। ਫਿਰ ਅਗਲਾ ਖਿਆਲ ਆ ਜਾਏਗਾ, ਨਹੀਂ ਇਸ ਤੋਂ ਵੀ ਘੱਟ ਦੇ ਦਿੰਦੇ ਹਾਂ। ਫਿਰ ਕਹਿੰਦੇ ਚੱਲ ਛੱਡ, ਪਿੱਛੇ ਦਿੱਤਾ ਹੀ ਸੀ, ਹੁਣ ਕੀ ਲੋੜ ਹੈ। ਇਹ ਖਿਆਲ ਛੋਟੇ ਤੋਂ ਛੋਟਾ ਖਿਆਲ ਸਾਡੇ ਅੰਦਰ ਆਉਂਦਾ। ਤ੍ਰਿਸ਼ਨਾ ਦੇ ਵਿੱਚ ਬੱਝੇ ਹੋਏ ਅਸੀਂ। ਇਹ ਤ੍ਰਿਸ਼ਨਾ ਹਰ ਚੀਜ਼ ਦੀ ਤੋਟ ਮਹਾਰਾਜ ਜੀ ਨੇ ਕਿਹਾ ਉਸ ਮਨ ਨੂੰ ਲੱਗੀ ਰਹਿੰਦੀ ਹੈ। ਉਹ ਮਨ ਕਦੀ ਨਹੀਂ ਰੱਜਦਾ। ਉਹ ਇਸ ਕਰਕੇ ਪਰ ਜਿਹੜੇ ਗੁਰਮੁਖ ਹੁੰਦੇ ਆ, ਫਿਰ ਉਹ ਵੱਧ ਤੋਂ ਵੱਧ ਬਾਣੀ ਵੀ ਵੱਧ ਤੋਂ ਵੱਧ ਪੜ੍ਹਦੇ ਆ, ਭਲਾ ਵੀ ਉਹ ਸਭ ਕੁਝ ਕਰਦੇ ਆ। ਇਹਨੂੰ ਕਿਹਾ ਜਿਹੜਾ ਮਨਮੁਖ ਹੈ ਉਹ ਤ੍ਰਿਸ਼ਨਾ ਵਿੱਚ ਦਾਧਾ ਵਧਿਆ ਰਹਿੰਦਾ ਹੈ। ਬਿਨ ਗੁਰ ਕਮਣ ਛਡਾਏ, ਗੁਰੂ ਤੋਂ ਬਿਨਾ ਕੌਣ ਛਡਾਉਣ ਵਾਲਾ? ਆਵਾਜ਼ ਮਾਰੀਏ ਕਿ ਸੱਚੇ ਪਾਤਸ਼ਾਹ ਕਿ ਮੋਕੋ ਤਾਰ ਲੈ ਰਾਮਾ ਤਾਰ ਲੈ। ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹ ਦੇ, ਮੈਨੂੰ ਕੱਢ ਲੈ, ਮੈਨੂੰ ਗੁਰੂ ਤੋਂ ਬਿਨਾ ਕੋਈ ਛਡਾਉਣ ਵਾਲਾ ਨਹੀਂ ਦਿਸਦਾ ਜੀ। ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ 부ਝਾਏ। 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ। ਸੱਚਾ ਤੀਰਥ ਜਿਤ ਸਤ ਸਰ ਨਾਵਣ। ਕਿ ਸਤ ਸਰ ਨਾਵਣ ਕੀ ਹੈ? ਸਤ ਸੱਚਾ ਸਰੋਵਰ ਜਿਹਦੇ ਵਿੱਚ ਨਹਾਉਣਾ ਹੁੰਦਾ ਹੈ।
ਤੇ ਕਿਹੜਾ ਹੈ? ਗੁਰਮੁਖ ਆਪ ਬੁਝਾਏ। ਗੁਰਮੁਖ ਆਪਣੇ ਆਪ ਨੂੰ ਬੁਝ ਲੇ ਨਾ ਗੁਰੂ ਰਾਹੀਂ, ਉਹੀ ਸਭ ਤੋਂ ਸੱਚਾ ਇਸ਼ਨਾਨ ਹੈ। ਆਪਣੇ ਕੀਤੇ ਅਵਗੁਣਾਂ ਨੂੰ ਵੇਖ ਲੈਣਾ ਕਿ ਹਾਂ ਇਹ ਮੇਰੇ ਤੋਂ ਅਵਗੁਣ ਹੋ ਗਏ ਨੇ, ਹੁਣ ਮੈਂ ਇਹ ਨਾ ਕਰਾਂ। ਅੱਛਾ, ਫਿਰ ਉਹ ਅਵਗੁਣ ਬੰਦਾ ਨਾ ਕਰੇ ਨਾ, ਮਹਾਰਾਜ ਕਹਿੰਦੇ ਉਹਦਾ ਇਸ਼ਨਾਨ ਹੋ ਗਿਆ। ਇੱਕ ਵਾਰੀ ਉਹਨੇ ਇਸ਼ਨਾਨ ਕਰ ਲਿਆ, ਕਿਉਂਕਿ ਉਹਦੀ ਮੈਲ ਧੁੱਲ ਗਈ, ਸ਼ਬਦ ਨਾਲ ਉਹਨੂੰ ਸੋਝੀ ਆ ਗਈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਦਰੋਂ ਸੋਝੀ ਹੋ ਜਾਣੀ, ਤੀਰਥ ਹੀ ਹੈ ਸ਼ਬਦ ਵਿਚਾਰ। ਨਹੀਂ ਤੇ ਇਸ ਤੋਂ ਬਾਅਦ ਬੜਾ ਕੁਛ ਬੰਦਾ ਕਰਦਾ ਹੈ ਕਿ ਦੁਸਹਿਰਾ ਦਾ ਇਸ਼ਨਾਨ ਕਰਨਾ ਹੈ, ਇਹ 11ਵੀਂ ਦਾ ਕਰਨਾ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਜਿਹੜਾ ਇਸ਼ਨਾਨ ਸੱਚਾ ਗੁਰੂ ਦੇ ਸ਼ਬਦ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ ਹੋ, ਨਾਮ ਹਰ ਕਾ ਸਦਾ ਜਾਪੋ, ਦੇਹ ਪ੍ਰਭ ਧਰਣੀ ਧਰਾ। ਤੂੰ ਪ੍ਰਭੂ ਮੈਨੂੰ ਇਹ ਵਾਲਾ ਇਸ਼ਨਾਨ ਦੇ ਜਿਹੜਾ ਅੰਦਰੋਂ ਨਿਰਮਲ ਕਰੇ। ਇਹ ਨਾਵਣ ਸੱਚਾ ਹੈ, 68 ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤੈ ਮਲ ਜਾਏ। ਕਿ 68 ਤੀਰਥਾਂ ਦੀ ਮੈਲ, 68 ਤੀਰਥਾਂ ਦਾ ਫਲ ਉਹ ਗੁਰਸਿੱਖ ਪ੍ਰਾਪਤ ਕਰ ਲੈਂਦਾ ਹੈ, ਜਿਹੜਾ ਗੁਰੂ ਦੇ ਸ਼ਬਦ ਰਾਹੀਂ ਆਪਣੀ ਮਲ ਨੂੰ ਧੋਂਦਾ ਹੈ ਜੀ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ। ਸੱਚੀ ਸਿਫਤ ਸੱਚੀ ਸਲਾਹ, ਪੂਰੇ ਗੁਰ ਤੇ ਪਾਏ। ਫਿਰ ਉਹਨਾਂ ਨੂੰ ਬੜਾ ਆਨੰਦ ਮਿਲਦਾ ਭਾਈ ਜੀਵਨ ਦਾ। ਸੱਚਾ ਸ਼ਬਦ ਸੱਚਾ ਹੈ ਨਿਰਮਲ। ਉਹ ਸ਼ਬਦ ਸੱਚਾ ਹੈ ਤੇ ਮਨ ਵੀ ਤੇ ਸੱਚਾ ਹੋ ਜਾਏਗਾ। ਉਹਨੂੰ ਧਿਆ ਕੇ ਧੋ ਕੇ, ਚਿੱਕੜ ਨਾਲ ਚਿੱਕੜ ਥੋੜ੍ਹੀ ਧੁਲਦਾ। ਕੱਪੜੇ ਤੇ ਚਿੱਕੜ ਦੇ ਦਾਗ ਲੱਗ ਜਾਣ, ਬੰਦਾ ਕਹੇ ਚਿੱਕੜ ਨਾਲ ਹੀ ਸਾਫ਼ ਕਰ ਲਓ, ਮੈਲਾ ਤੇ ਮੈਲਾ ਹੀ ਹੋਏਗਾ। ਹਾਂ, ਚਿੱਕੜ ਨੂੰ ਜੇ ਸਾਫ਼ ਪਾਣੀ ਨਾਲ ਸਾਫ਼ ਕਰੋ, ਸਾਬੁਣ ਨਾਲ ਸਾਫ਼ ਕਰੋ ਤੇ ਉਹ ਸਾਫ਼ ਹੁੰਦਾ ਹੈ, ਨਿਰਮਲ ਹੋ ਜਾਂਦਾ ਹੈ। ਇਵੇਂ ਮਨ ਮੈਲਾ ਹੈ ਤੇ ਗੁਰੂ ਦਾ ਸ਼ਬਦ ਨਿਰਮਲ ਹੈ। ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ। ਫਿਰ ਅੱਗੇ ਫਿਰ ਮੈਲ ਨਹੀਂ ਲੱਗਣ ਦਿੰਦਾ ਸ਼ਬਦ, ਇਹ ਨਹੀਂ ਮੈਲ ਲੱਗਣ ਦਿੰਦਾ। ਗੁਰੂ ਦਾ ਸ਼ਬਦ ਬਚਾ ਲੈਂਦਾ, ਪਾਪ ਹੀ ਖਤਮ ਕਰ ਦਿੰਦੇ ਗੁਰੂ ਦੇ ਸ਼ਬਦ ਅੰਦਰੋਂ। ਪਾਪ ਦਾ ਫੁਰਨਾ ਹੀ ਨਾਸ਼ ਹੋ ਜਾਂਦਾ, ਪਾਪ ਦਾ ਬੀਜ ਹੀ ਨਾਸ਼ ਹੋ ਜਾਂਦਾ। ਸੱਚੀ ਸਿਫਤ ਸੱਚੀ ਸਾਲਾ, ਪੂਰੇ ਗੁਰ ਤੇ ਪਾਏ। ਇਹਨੂੰ ਹੁਣ ਵਿਚਾਰੀਏ, ਸੱਚੀ ਸਿਫਤ ਕੀ ਹੈ? ਸਾਡੇ ਅੰਦਰ ਸਦਾ ਹੀ ਸਿਫਤ ਚੱਲਦੀ ਹੈ, ਸਦਾ ਹੀ। ਹਾਂ, ਸਾਡੇ ਅੰਦਰ ਸਭ ਤੋਂ ਜ਼ਿਆਦਾ ਸਿਫਤ ਪੈਸੇ ਦੀ ਚੱਲਦੀ ਹੈ ਕਿ ਪੈਸਾ ਕੈਸੀ ਚੀਜ਼ ਹੈ, ਕਿੰਨਾ ਕੁਛ ਕਰ ਦਿੰਦਾ ਹੈ, ਕਿੰਨਾ ਕੁਛ ਹੈ, ਸਭ ਕੁਛ ਹੈ। ਦੂਜੀ ਸਿਫਤ ਸਾਡੇ ਅੰਦਰ ਫਿਰ ਮੈਟਰੀਅਲਿਸਟਿਕ ਪੋਜੈਸ਼ਨ ਦੀ ਚੱਲਦੀ ਹੈ ਕਿ ਕਮਾਲ ਸਾਇੰਸਦਾਨਾਂ ਨੇ ਕਿੰਨਾ ਕੁਛ ਕਰ ਲਿਆ, ਕੈਸੇ ਕੈਸੇ ਜੰਤਰ ਬਣਾਤੇ, ਕੀ ਦਾ ਕੀ ਕਰਤਾ। ਸਿਫਤ ਹੀ ਹੈ ਨਾ। ਅਸੀਂ ਸਭ ਕੁਝ ਸਿਫਤ ਕਰਦੇ ਹਾਂ, ਬੰਦਿਆਂ ਦੀ ਵੀ ਸਿਫਤ ਕਰਦੇ ਹਾਂ, ਇਹ ਬੰਦਾ ਬੜਾ ਚੰਗਾ, ਬਹੁਤ ਚੰਗਾ। ਪਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰਾਂ ਦੀ, ਆਪਣੇ ਆਲੇ ਦੁਆਲੇ ਸਿਫਤ ਕਰਦੇ ਹਾਂ ਨਾ, ਇਹ ਸਿਫਤ ਸੱਚੀ ਹੋ ਹੀ ਨਹੀਂ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਇਹ ਸਦਾ ਰਹਿਣ ਵਾਲੀ ਨਹੀਂ ਹੈ। ਕਿਹੜੀ ਸਿਫਤ ਸੱਚੀ ਹੈ? ਉਹ ਕਰਤਾਰ ਦੀ ਹੈ, ਜਿਹੜੀ ਸਦਾ ਰਹਿਣ ਵਾਲੀ ਹੈ, ਜਿਹੜੀ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹੜੀ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਉਹ ਸਦਾ ਰਹਿਣ ਵਾਲੀ ਹੈ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗਨਾਸ਼ਨ ਜਗਦੀਸਰਾ। ਇਹ ਸਿਫਤ ਸਦਾ ਰਹੇਗੀ। ਸੰਤ ਜਨ ਇਸ ਸਿਫਤ ਨੂੰ ਕਰਕੇ ਆਪਣੇ ਅਗ ਪਾਪਾਂ ਦਾ ਨਾਸ਼ ਕਰ ਲੈਂਦੇ ਨੇ। ਸਾਹਿਬ, ਅੱਛਾ ਅਸੀਂ ਦੁਨੀਆ ਦੇ ਬੰਦੇ ਦੀ ਸਿਫਤ ਕਰਨੀ ਸ਼ੁਰੂ ਕਰ ਦਈਏ ਨਾ, ਤੇ ਉਹਦੇ ਗੁਣ ਵੀ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਆ। ਜੋ ਜਿਹਦੀ ਸਿਫਤ ਕਰੇਗਾ ਉਹ ਉਹਦੇ ਵਰਗਾ ਹੋ ਜਾਏਗਾ। ਜੇ ਉਹਦੇ ਵਰਗਾ ਨਹੀਂ ਹੋਇਆ ਫਿਰ ਉਹਦੀ ਸਵਾਰੀ ਵਰਗਾ ਹੋ ਜਾਏਗਾ। ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾੜ ਉਡਾਵੈ। ਉੱਥੇ ਜ਼ਿਕਰ ਕੀਤਾ, ਹਾਂ ਤੋਂ ਏਕ ਰਮਈਆ ਲੈ ਹੂੰ, ਭਗਤ ਨਾਮਦੇਵ ਜੀ, ਆਨ ਦੇਵ ਬਦਲਾਵਨ ਦੇ ਹੂੰ। शिव शिव करत जो नर त्यावै, बरद चरै डोरू टमकावै। महामाई की पूजा करै, नर सै नार होय अवतरै। तू कहियत ही आदि भवानी, मुक्त की बरिया कहाँ छपानी। ये सिफत सच्चे की करिए। सच्चा ही सब कुछ बनाने वाला है, करतार ही सब कुछ करने वाला है। और ये सारी सिफत झूठी हो जाएगी, क्योंकि इस धरती ते बहुत आए तो बहुत आके चले गए, पर वो कदी नहीं गया, वो सदा ही है। दिन रब चलै, निस सस चलै। कोई सूरज की सिफत करता है, कोई चंद्रमे की करता है, कोई किदी करता है, कोई रुखां की कर रहा है,
ਮਹਾਰਾਜ ਕਹਿੰਦੇ ਸਭ ਜਾਣ ਵਾਲੇ ਨੇ। ਕੋਈ ਤਾਰਿਆਂ ਦੇ ਉੱਤੇ ਚੱਲ ਰਿਹਾ, ਤਾਰੀ ਕਾ ਲੱਖ ਪੁਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਉਹ ਰਹਿਣ ਵਾਲਾ ਹੈ, ਉਹਦੀ ਸਿਫਤ ਇਸ ਕਰਕੇ ਸੱਚੀ ਹੈ ਕਿਉਂਕਿ ਉਸ ਸੱਚੇ ਦਾ ਕਦੀ ਨਹੀਂ ਘਟਦਾ ਕੁਛ। ਉਹ ਸਦਾ ਹੀ ਨਿਰਮਲ ਹੈ, ਹਰ ਯੁੱਗ ਦੇ ਵਿੱਚ ਉਹ ਇੱਕੋ ਜਿਹਾ ਹੈ ਜੀ। ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ। ਹੁਕਮ ਹੋਵੇ ਤਾ ਨਿਰਮਲ ਹੋਵੇ, ਹਉ ਮੈਂ ਵਿੱਚੋਂ ਜਾਏ। ਇਹ ਸਮਝ ਆ ਜਾਏ ਨਾ, ਇਹ ਤਨ ਮਨ ਤੇਰਾ, ਸਭ ਗੁਣ ਤੇਰੇ, ਖਣੀਆਂ ਹਣੀਆਂ ਦਰਸ਼ਨ ਤੇਰੇ, ਇਹ ਸਭ ਕੁਛ ਤੇਰਾ ਦਿੱਤਾ ਹੋਇਆ, ਗਿਆਨ ਵੀ, ਤਨ ਵੀ, ਮਨ ਵੀ, ਸਭ ਤੇਰਾ ਵਾਹਿਗੁਰੂ। ਦੁਰਮਤ ਕਹਿਣ ਨਾ ਜਾਏ, ਜਦ ਅਸੀਂ ਕਬੂਲ ਕਰ ਲਾਂਗੇ ਨਾ, ਤੇਰੇ ਵਾਸਤੇ ਹੀ ਮਿਲਿਆ ਸਮਾਂ, ਤੇਰੀ ਬੰਦਗੀ ਨਾਲ ਹੀ ਅਸੀਂ ਮਨ ਜੋੜਨਾ ਹੈ। ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ। ਆਪਣਾ ਹੋਏ ਤੇ ਮੈਲ ਹੈ, ਆਪਣਾ ਨਾ, ਮੈਂ ਵਾਲੀ ਭਾਵਨਾ ਹੀ ਖਤਮ ਹੋ ਗਈ, ਫਿਰ ਮੈਲਾ ਕਿੱਥੋਂ ਹੈ? ਫਿਰ ਤੇ ਉਹਦਾ ਹੀ ਹੈ, ਸੱਚੇ ਪਾਤਸ਼ਾਹ ਤੇਰਾ ਹੀ ਹੈ। ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਹੋ ਜਾਏ। ਹਉਮੈ ਕਰਮਾਂ ਨਾਲ ਨਹੀਂ ਬਣੀ, ਜੇ ਸਾਡੇ ਕਰਮਾਂ ਨਾਲ ਹਉਮੈ ਬਣੀ ਹੁੰਦੀ ਫਿਰ ਕਰਮਾਂ ਨਾਲ ਧੁੱਲ ਸਕਦੀ ਸੀ। ਏਕ ਨਾ ਭਰੀਆ ਗੁਣ ਕਰ ਧੋਵਾਂ, ਧੁੱਲ ਸਕਦੀ ਸੀ ਇਹ ਹਉਮੈ। ਇਹ ਹੁਕਮ ਵਿੱਚ ਆਈ ਹੈ ਹਉਮੈ, ਉਹਦੇ ਹੁਕਮ ਵਿੱਚ ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ। ਜਿਹੜੀ ਚੀਜ਼ ਹੁਕਮ ਵਿੱਚ ਆਈ ਹੈ ਉਹ ਚੀਜ਼ ਹੁਕਮ ਵਿੱਚੋਂ ਹੀ ਜਾ ਸਕਦੀ ਹੈ, ਆਪਣੇ ਯਤਨ ਜਾਂ ਕਰਮ ਨਾਲ ਨਹੀਂ ਜਾ ਸਕਦੀ। ਇਸ ਕਰਕੇ ਗੁਰੂ ਦੇ ਹੁਕਮ ਵਿੱਚ ਤੁਰਨ ਨਾਲ, ਹੁਕਮ ਨੂੰ ਸਮਝਣ ਨਾਲ, ਤਾਈਓਂ ਗੁਰੂ ਨਾਨਕ ਸਾਹਿਬ ਜੀ ਨੂੰ 3 ਬਚਨ ਆਖੇ ਸਨ, ਜਿਸ ਉੱਪਰ ਤੇਰੀ ਨਦਰ ਉਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ, ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਵਰ, ਤੇਰਾ ਨਾਉ ਗੁਰ ਪਰਮੇਸ਼ਵਰ। ਤੇ ਚੌਥਾ ਬਚਨ ਸੀ, ਨਾਨਕ ਜੀ ਤੁਸਾਂ ਨੂੰ ਅਸਾਂ ਦਾ ਹੁਕਮ ਨਦਰੀ ਆਇਆ ਹੈ। ਇਹ ਬੜੀ ਵੱਡੀ ਦਾਤ ਹੈ ਜੀ, ਹੁਕਮ ਨਦਰੀ ਆਇਆ। ਬਹੁਤ ਵੱਡੇ ਵੱਡੇ ਇਸ ਧਰਤੀ 'ਤੇ ਆਏ, ਪਰ ਉਹ ਹੁਕਮ ਨੂੰ ਸਮਝਦੇ ਹੀ ਚਲੇ ਗਏ। ਪਰ ਕੋਈ ਵਿਰਲਾ ਹੀ ਇਸ ਧਰਤੀ 'ਤੇ ਜਿਹਨੂੰ ਹੁਕਮ ਨਦਰੀ ਆ ਜਾਏ। ਇਹ ਬਚਨ ਹੈ ਕਿ ਹੁਕਮ ਨਦਰੀ ਆਇਆ ਹੈ। ਤੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਇਵੇਂ ਨਹੀਂ ਨਦਰੀ ਆਇਆ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਬਸ ਇਹ ਤੁਹਾਡੀ ਹੀ ਹੁਕਮ ਦੀ ਅਵਸਥਾ, ਤੁਹਾਡਾ ਹੁਕਮ ਸਮਝਿਆ ਤੇ ਹਉਮੈ ਨਿਕਲੀ। ਹਉਮੈ ਹੋਰ ਕੋਈ ਯਤਨ ਨਹੀਂ ਖਤਮ ਕਰ ਸਕਦਾ। ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ। ਹਉਮੈ ਖਤਮ ਹੁੰਦੀ ਹੈ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੈਕੁੰਠ ਹੈ ਕਰੇ ਕਿਆ। ਮੈਨੂੰ ਸਵਰਗ ਨਾਲ ਕੀ ਲੈਣਾ, ਮੁਕਤੀ ਨਾਲ ਕੀ ਲੈਣਾ? ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਮੈਨੂੰ ਮੁਕਤ ਬੈਕੁੰਠ ਕੀ ਕਰਨਾ? ਮੈਨੂੰ ਤੇ ਗੁਰੂ ਦੀ ਸਿੱਖਿਆ ਚਾਹੀਦੀ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਗੁਰੂ ਦੀ ਸਿੱਖਿਆ ਹੀ ਸਾਚੀ ਸਵਾਦ ਦੇਣ ਲਈ ਸਹਿਜੇ ਚਾਖੀ, ਆਨੰਦ ਵਿੱਚ ਇਹ ਚਾਖੀ ਜਾਂਦੀ ਹੈ। ਸਾਰੀ ਤ੍ਰਿਸ਼ਨਾ ਅਗਨ ਬੁਝਾ ਦਿੰਦੀ ਹੈ ਜੀ। ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ। ਗੁਰ ਕੈ ਸ਼ਬਦ ਰਾਤਾ, ਸਹਿਜੇ ਮਾਤਾ, ਸਹਿਜੇ ਰਹਾ ਸਮਾਈ। ਫਿਰ ਜਿਹਨੇ ਚੱਖ ਲਈ ਸਿੱਖਿਆ ਗੁਰੂ ਦੀ, ਸਾਖਸ਼ਾਤ, ਸਾਖੀ ਲਫ਼ਜ਼ ਬਣਿਆ ਸੰਸਕ੍ਰਿਤ ਦੇ ਸਾਖਿਆਤ ਤੋਂ। ਸਾਖਿਆਤ ਦਾ ਮਤਲਬ ਜਿਹੜਾ ਵਰਤਿਆ ਹੈ ਤੇ ਜਿਹੜਾ ਵਰਤਦਾ ਹੈ। ਇਹ ਕਹਿੰਦੇ ਨਾ ਸਾਖਿਆਤ ਦਿਖਾ। ਗੁਰੂ ਦਾ ਕੋਈ ਵੀ ਉਪਦੇਸ਼ ਕੱਚਾ ਘੜਚ ਨਹੀਂ ਹੈ, ਸਾਖਿਆਤ ਹੈ। ਇਸ ਕਰਕੇ ਸਾਖੀ ਕਹਿੰਦੇ ਆ। ਇਹ ਨਹੀਂ ਕਿ ਜਿਹੜੀ ਵਰਤ ਗਈ ਤੇ ਖਤਮ ਹੋ ਗਈ। ਇਹ ਕਦੀ ਨਹੀਂ ਪਤਾ ਕਿਸ ਵੇਲੇ ਕਿੱਥੇ ਵੇਲੇ ਕਦੀ ਵੀ ਇਹ ਫਿਰ ਵਰਤ ਜਾਏ। ਸਾਖਿਆਤ ਚੀਜ਼ ਸਦਾ ਹੀ ਸਾਖਿਆਤ ਰਹਿੰਦੀ ਹੈ। ਇਸ ਕਰਕੇ ਸਾਖੀ ਨਹੀਂ ਜਿਹੜੀ ਹੋ ਗਈ ਤੇ ਖਤਮ ਹੋ ਗਈ, ਨਹੀਂ। ਗੁਰੂ ਜੇ ਉਸ ਵੇਲੇ ਕੌਡਿਆਂ ਨੂੰ ਵੀ ਤਾਰ ਗਏ, ਜੇ ਭੂਮੀਆਂ ਚੋਰ ਵਰਗੇ ਜਾਂ ਹੋਰ ਵੱਡੇ ਵੱਡੇ ਵੀ ਤਰ ਗਏ, ਉਹ ਅੱਜ ਵੀ ਸਾਖਿਆਤ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਹ ਸਦਾ ਹੀ ਹੈ। ਔਰ ਇਹ ਜੇ ਕੋਈ ਇਸ ਦਰ ਨੂੰ, ਇਸ ਬਾਤ ਨੂੰ ਸਮਝਦਾ ਹੈ, ਉਹ ਸਹਿਜੇ ਮਾਤਾ ਮਤਿਆ ਜਾਂਦਾ। ਉਹਦਾ ਮਨ ਗੁਰੂ ਦੇ ਸ਼ਬਦ ਵਿੱਚ ਸਹਿਜੇ ਰਿਹਾ ਸਮਾਏ। ਉਹ ਸਹਿਜ ਵਿੱਚ ਹੀ ਰਹਿੰਦਾ ਹੈ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਸਾ ਨਾ ਜਾਏ। ਨ ਜਾਏ ਸਹਸਾ ਕਿਤੈ ਸੰਜਮ ਰਹੇ
ਕਰਮ ਕਮਾਏ, ਕਰਮਾਂ ਨਾਲ ਥੋੜੀ ਹੁੰਦਾ ਹੈ, ਇਹ ਤੇ ਬਖਸ਼ਿਸ਼ ਨਾਲ ਹੁੰਦਾ ਹੈ। ਸਹਿ ਸਹਿ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਫਿਰ ਮਹਾਰਾਜ ਕਹਿੰਦੇ ਮਨ ਧੋਵੋ ਸ਼ਬਦ ਲਾਗੋ। ਆਹ ਇਸ਼ਨਾਨ ਕਰਾਓ ਮਨ ਨੂੰ ਗੁਰੂ ਦੇ ਸ਼ਬਦ ਦਾ। ਕਹਿੰਦੇ ਇਹ ਇਸ਼ਨਾਨ ਮਨ ਨੂੰ ਨਿਰਮਲ ਕਰਦਾ ਹੈ, ਸੁਖ ਦਿੰਦਾ ਹੈ, ਆਨੰਦ ਦਿੰਦਾ ਹੈ। ਅਤੇ ਸਹਿਜ ਕੀ ਹੈ? ਕਹਿੰਦੇ ਬੰਦੇ ਦਾ ਚਿਹਰਾ ਦੱਸ ਦਿੰਦਾ, ਇਹਦੇ ਅੰਦਰ ਸਹਿਜ ਹੈ ਜਾਂ ਚੰਚਲਤਾ ਹੈ। ਸਹਿਜ ਅੰਦਰੋਂ ਸੰਤੋਖ ਪੈਦਾ ਕਰਦਾ ਹੈ, ਚੰਚਲਤਾ ਅੰਦਰੋਂ ਲੋਭ ਪੈਦਾ ਕਰਦਾ ਹੈ। ਬਸ ਇਹ ਫਰਕ ਹੈ। ਅਸੀਂ ਸਤਿਗੁਰ ਤੋਂ ਚੰਚਲਤਾ ਦੀ ਇੱਕ ਮੈਲੀ ਬਿਰਤੀ ਨੂੰ ਤਿਆਗਣ ਦੀ ਦਾਤ ਮੰਗੀਏ, ਅੰਦਰ ਸਹਿਜ ਅਵਸਥਾ ਨੂੰ ਪ੍ਰਾਪਤ ਕਰੀਏ। ਉਹ ਸਹਿਜ ਅਵਸਥਾ ਦੁੱਖ ਅਤੇ ਸੁੱਖ ਦੋਨੋਂ ਸਮ ਕਰਕੇ ਦੇਖਦਾ ਹੈ। ਉਹ ਸਹਿਜ ਅਵਸਥਾ ਕੰਚਨ ਮਾਟੀ ਮਾਨੈ ਦੀ ਅਵਸਥਾ ਹੈ। ਉਹ ਸਹਿਜ ਅਵਸਥਾ ਉਹ ਉਸਤਤ ਨਿੰਦਾ ਦੋਨੋਂ ਨੂੰ ਤਿਆਗਣ ਦੀ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਣਾ। ਉਹ ਇਸ ਅਵਸਥਾ 'ਤੇ ਤੁਰਦਾ। ਪਰ ਕਹੋ ਨਾਨਕ ਇਹ ਖੇਲ ਕਠਿਨ ਹੈ ਕਿ ਨਹੀਂ ਗੁਰਮੁਖ ਜਾਨਾ। ਕੋਈ ਵਿਰਲਾ ਹੈ ਜਿਹੜਾ ਇਸ ਖੇਡ 'ਤੇ ਪਹੁੰਚਦਾ ਹੈ। ਮੈਂ ਬੋਲਤਾ ਹੋ ਸਕਦਾ ਮੈਂ ਇਸ ਜੀਵਨ 'ਚ ਪ੍ਰਾਪਤ ਕਰਾਂ ਜਾਂ ਨਾ ਕਰਾਂ, ਜ਼ਰੂਰੀ ਨਹੀਂ ਹੈ, ਪ੍ਰਾਪਤ ਵੀ ਨਹੀਂ ਹੈ। ਸੁਣਿਆ ਪੜ੍ਹਿਆ ਬੋਲਤਾ, ਪਰ ਜਿਹਨੇ ਪ੍ਰਾਪਤ ਕੀਤਾ ਹੈ ਉਹਦਾ ਸਾਰਾ ਜੀਵਨ ਸਹਿਜ ਵਿੱਚ ਮਤਿਆ ਜਾਂਦਾ ਹੈ। ਉਹਦੇ ਗੁਰਮੁਖ ਦੀ ਕੋਈ ਬਰਾਬਰੀ ਨਹੀਂ। ਕੋਈ ਵਿਰਲਿਆਂ ਵਿੱਚੋਂ ਕੋਈ ਵਿਰਲਾ ਹੈ ਜੀ। ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਪਾਏ ਪਿਆਰੇ। ਸੱਚੀ ਵਡਿਆਈ ਗੁਰ ਤੇ ਪਾਈ, ਸੱਚੈ ਨਾਏ ਪਿਆਰੇ। ਹਰ ਕਾ ਨਾਮ ਸਤ ਕਰ ਜਾਣਾ। ਹੋਰ ਕੁਝ ਸਤ ਨਹੀਂ ਹੈ, ਨਾਮ ਸਤ ਹੈ। ਸਤ ਨਾਮ ਜਿਹਨੂੰ ਮਹਾਰਾਜ ਜੀ ਨੇ ਕਿਹਾ, ਇਹੀ ਤੇ ਕਿਹਾ ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਇਹ ਤਿੰਨ ਚੀਜ਼ਾਂ ਕਹੀਆਂ। ਸਤ ਰੂਪ, ਜੇ ਉਸ ਪ੍ਰਭੂ ਸਤ ਦੇ ਦੀਦਾਰ ਕਰਨੇ ਨੇ ਤੇ ਫਿਰ ਉਹਦੇ ਦੀਦਾਰ ਸਤ ਨਾਮ ਵਿੱਚੋਂ ਹੀ ਹੋਣਗੇ, ਸੱਚੇ ਨਾਮ ਵਿੱਚੋਂ ਹੋਣਗੇ। ਤੇ ਫਿਰ ਉਹ ਸਤ ਨਾਮ ਕਿਸ ਤਰ੍ਹਾਂ ਮਿਲੇਗਾ? ਉਹ ਸਤਨਾਮ ਪ੍ਰਾਪਤ ਕਰਨ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਨਾਨਕ ਦਿਓ ਜਪਾਇਆ। ਉਹ ਗੁਰੂ ਨਾਨਕ ਸਾਹਿਬ ਕੋਲ ਆਉਣਾ ਪਏਗਾ। ਕਿੰਨੀ ਕਮਾਲ ਦੀ ਇੱਕ ਤੁਕ ਦੀ ਲੜੀ ਬਣਾਤੀ। ਸਤ ਰੂਪ ਸਤ ਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ। ਫਿਰ ਕਿਵੇਂ ਜਪਿਆ ਜਾਏ? ਫਿਰ ਕਹਿੰਦੇ ਕਰਤਾਰਪੁਰ ਧਰਮਸਾਲ ਇਹ ਹੈ। ਇੱਥੇ ਮਹਾਰਾਜ ਜੀ ਨੇ ਇਹ ਧਰਮਸਾਲ ਬਣਾਈ। ਧਰਮਸਾਲ ਕਰਤਾਰਪੁਰ ਕਹਿੰਦੇ ਸਾਧ ਸੰਗਤ ਸੱਚਖੰਡ ਵਸਾਇਆ। ਸਤ ਰੂਪ ਦੇ ਦੀਦਾਰ ਸੱਚੇ ਨਾਮ ਵਿੱਚੋਂ ਹੋਣੇ ਹੈ। ਸੱਚੇ ਨਾਮ ਦੀ ਪ੍ਰਾਪਤੀ ਗੁਰੂ ਕੋਲ ਆ ਕੇ ਹੋਣੀ ਹੈ। ਗੁਰੂ ਕੋਲ ਆਉਣ ਦੀ ਜੁਗਤ ਹੈ। ਇਹ ਸਾਧ ਸੰਗਤ ਸੱਚਖੰਡ ਵਸਾਇਆ। ਅਤੇ ਇੱਥੇ ਜਿਹੜਾ ਕੰਮ ਕਰਨਾ ਹੈ ਔਰ ਕੋਈ ਦੂਜਾ ਕੰਮ ਨਹੀਂ ਕਰਨਾ। ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇੱਥੇ ਬਸ ਉਸ ਕਰਤਾਰ ਵਾਹਿਗੁਰੂ ਦਾ ਹੀ ਸ਼ਬਦ ਸੁਣਨਾ ਅਤੇ ਸੁਣਾਉਣਾ ਹੈ। ਇਹੀ ਕਰਨਾ ਹੈ। ਇਹਨੂੰ ਮਹਾਰਾਜ ਜੀ ਕਿਹਾ ਹਰ ਕਾ ਨਾਮ ਸਤ ਕਰ ਜਾਣਾ। ਗੁਰ ਕੈ ਭਾਏ ਪਿਆਰੇ। ਉਹ ਗੁਰੂ ਦੇ ਪਿਆਰ ਦੇ ਵਿੱਚ ਜੁੜਦੇ ਨੇ। ਭਾਏ ਵੀ ਪਿਆਰ ਨੂੰ ਕਿਹਾ। ਸੱਚੀ ਵਡਿਆਈ ਗੁਰ ਤੇ ਪਾਈ, ਸੱਚਾ ਨਾਏ ਪਿਆਰੇ। ਉਹਨਾਂ ਨੂੰ ਨਾਮ ਪਿਆਰਾ ਲੱਗਦਾ ਹੈ। ਸੱਚੇ ਨਾਮ ਵਿੱਚ ਰੰਗ ਕੇ ਉਹ ਝੂਠੇ ਨਹੀਂ ਰਹਿੰਦੇ। ਦੁਨੀਆ ਉਹਨਾਂ ਦੀਆਂ ਸਿਫਤਾਂ ਕਰਦੀ ਹੈ ਕਿ ਭਾਈ ਜੇ ਸੱਚਾ ਸੀ ਤਾਂ ਫਿਰ ਉਹੀ ਸੀ। ਕੋਈ ਸੱਚੀ ਸਿਫਤ ਆਪਣੀ ਹੈ? ਨਹੀਂ, ਇਹ ਸਿਫਤ ਨਾਮ ਦੀ ਹੈ। ਨਾਮ ਕਰਕੇ ਬੰਦਾ ਸੱਚਾ ਹੈ ਜੀ। ਏਕੋ ਸੱਚਾ ਸਭ ਮਹਿ ਵਰਤੈ, ਵਿਰਲਾ ਕੋ ਵਿਚਾਰੇ। ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ। ਏਕੋ ਸੱਚਾ ਸਭ ਮਹਿ ਵਰਤੈ। ਇੱਕ ਸਭ ਦੇ ਵਿੱਚ ਵਰਤ ਰਿਹਾ, ਸਾਰਿਆਂ ਵਿੱਚ ਵਰਤ ਰਿਹਾ। ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ। ਸਭ ਦੇ ਘਟ ਹੈ, ਸਭ ਦੇ ਘਟ ਅੰਦਰ ਹੈ। ਇੱਕੋ ਹੀ ਵਰਤ ਰਿਹਾ। ਵਿਰਲਾ ਕੋ ਵਿਚਾਰੇ। ਅਸੀਂ ਕਹਿੰਦੇ ਨਹੀਂ ਜੀ ਉਹ ਤਾਂ ਭੈੜਾ ਹੈ, ਉਹ ਤਾਂ ਨਿੰਦਕ ਹੈ। ਪਰ ਗੁਰਮੁਖ ਵਿਚਾਰ ਲੈਂਦਾ ਨਹੀਂ ਨਹੀਂ ਨਹੀਂ, ਇਹਨੂੰ ਵੀ ਕਰਾਉਣ ਵਾਲਾ ਉਹੀ ਕਰਤਾਰ ਹੈ। ਇਹਨੂੰ ਇਹਦੇ ਕਾਰਜ ਲਾਤਾ ਤੇ ਬੰਦਾ ਕੀ ਕਰੇਗਾ? ਮਾਨਸ ਕਿਆ ਵਿਚਾਰਾ ਰਾਮ। ਬੰਦੇ ਦੇ ਵੱਸ ਕੀ ਹੈ? ਜਦ ਰੱਬ ਨੇ ਲਾ ਹੀ ਦਿੱਤਾ, ਜੇ ਕਿਸੇ ਨੂੰ ਬੰਦਗੀ ਵੱਲ ਲਾਤਾ ਤੇ ਉਹਨੂੰ ਕੋਈ ਤੋੜ ਨਹੀਂ ਸਕਦਾ। ਕੋਈ ਵਿਰਲਾ ਵਿਚਾਰਦਾ ਆਪੇ ਮੇਲ ਲਏ ਤਾਂ ਬਖਸ਼ੇ। ਜੇ ਆਪ ਮਿਲਾਣਾ ਚਾਹੇ ਤੇ ਬਖਸ਼ ਕੇ ਮਿਲਾ ਲੈਂਦਾ। ਸੱਚੀ ਭਗਤ ਸਵਾਰੇ। ਉਹਨੂੰ ਭਗਤੀ ਦੀ ਦਾਤ ਦਿੰਦਾ। ਅਤੇ ਭਗਤੀ ਦੀ ਦਾਤ ਸਾਰੀਆਂ ਦਾਤਾਂ ਵਿੱਚੋਂ ਸਭ ਤੋਂ ਵੱਡੀ ਹੈ। ਕਹਿੰਦੇ ਜਦ ਗੁਰੂ ਖੁਸ਼ ਹੁੰਦੇ ਨੇ ਕੀ ਦਿੰਦੇ ਨੇ?
ਕਹਿੰਦੇ ਸਤਿਗੁਰੂ ਜੀ ਦੀ ਬਖਸ਼ਿਸ਼ ਜਦ ਹੁੰਦੀ ਹੈ ਕਿ ਜਿਹਦੇ ਕੋਲ ਧਨ ਵੀ ਨਾ, ਪਾਛੰ ਕਰੋਤ ਅਗਰਣੀ ਵਹ ਨਿਰਾਸੰਗ ਆਸ ਪੂਰਨ ਹੈ, ਨਿਰਧਨੰ ਭਯੰ ਧਨਵੰਤ ਹੈ, ਰੋਗੀੰ ਰੋਗ ਖੰਡਨ ਹੈ। ਭਗਤੀ ਦਾ ਸਭ ਤੋਂ ਵੱਡਾ ਦਾਨ ਹੀ ਕਹਿੰਦੇ ਗੁਰੂ ਦੀ ਸਿਫਤ ਸਲਾਹ ਹੈ। ਭਗਤੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ। ਕੀਰਤਨ ਦਾ ਮਤਲਬ, ਕੀਰਤਨ ਦਾ ਮਤਲਬ ਸਿਫਤ ਸਲਾਹ। ਸਭ ਤੋਂ ਵੱਡੀ ਦਾਤ ਗੁਰੂ ਦੀ ਜੇ ਕਿਸੇ ਕੋਲ ਹੈ ਉਹ ਭਗਤੀ ਦੀ ਦਾਤ ਹੈ। ਜਿਸ ਤੇ ਪ੍ਰਭੂ ਤਰੁੱਠਦੇ ਨੇ ਇਹ ਦਾਤ ਉਹਨੂੰ ਮਿਲਦੀ ਹੈ ਜੀ। ਸਭੋ ਸੱਚ 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 ਵਰਤੈ, ਗੁਰਮੁਖ ਕੋਈ ਜਾਣੈ, ਜੰਮਣ ਮਰਣਾ ਹੁਕਮੋ ਵਰਤੈ, ਗੁਰਮੁਖ ਆਪ ਪਛਾਣੈ। ਫਿਰ ਸਭ ਸੱਚ ਹੈ, ਸਭ ਸੱਚ ਹੈ। ਸੱਚ ਦਾ ਮਤਲਬ ਇੱਥੇ ਹੁਕਮ, ਹੁਕਮ ਹੁਕਮ ਹੁਕਮ, ਕੁਛ ਹੋਰ ਨਹੀਂ। ਸਭ ਸੱਚ ਹੈ। ਇਸ ਧਰਤੀ ਤੇ ਇਹੀ ਸਭ ਸੱਚ ਹੈ, ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨਾ ਕਿ ਬਸ ਇਹੀ ਵਰਤ ਰਿਹਾ, ਭਲਾ 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 ਤੇਰਾ ਰੂਪ। ਕਿਸੇ ਵੀ ਤਰੀਕੇ ਦੇ ਨਾਲ ਇਹ ਸਭ ਭਲਾ, ਕਿਉਂਕਿ ਹੁਕਮ ਹੈ। ਸਭੋ ਸੱਚ 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 3 ਵਾਰੀ ਵਰਤਿਆ, ਆਦ ਤੇ ਜੁਗਾਦ ਹੈ ਤੇ ਰਹਿਣ ਵਾਲਾ ਵੀ ਹੈ, ਸਦਾ ਹੀ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ, ਇਹ ਸੱਚ ਹੈ, ਵਰਤ ਰਿਹਾ ਹੈ। ਗੁਰਮੁਖ ਕੋਈ ਜਾਣੈ, ਜੰਮਣ ਮਰਣਾ ਹੁਕਮੋਂ ਵਰਤੈ। ਕੱਲਾ ਮਰਨਾ ਥੋੜੀ ਭਾਣਾ ਹੈ, ਜੰਮਣ ਵੀ ਭਾਣਾ ਹੈ, ਹੁਕਮ ਹੀ ਹੈ। ਦੋਨੋਂ ਉਹਦੇ ਹੁਕਮ ਵਿੱਚ ਹੈ। ਕੁਛ ਨਹੀਂ ਕੀਤਾ ਜਾ ਸਕਦਾ, ਮੰਨਿਆ ਹੀ ਜਾ ਸਕਦਾ, ਬਸ ਉਹਦੇ ਹੁਕਮ ਨੂੰ ਕਬੂਲ ਹੀ ਕੀਤਾ ਜਾ ਸਕਦਾ। ਜੰਮਣ ਮਰਣਾ ਹੁਕਮੋਂ ਵਰਤੈ, ਗੁਰਮੁਖ ਆਪ ਪਛਾਣੈ। ਇਸ ਜਨਮ ਮਰਨ ਨੂੰ ਜੇ ਇਸ ਸੰਸਾਰ ਵਿੱਚੋਂ ਕੱਢ ਦਿੱਤਾ ਜਾਏ ਫਿਰ ਬੰਦਾ ਹੁਕਮ ਨੂੰ ਸਮਝ ਹੀ ਨਹੀਂ ਸਕੇਗਾ। ਜੰਮਣ ਤੇ ਮਰਨ ਐਸੀ ਕਲਾ ਹੈ ਜਿਹੜੀ ਬੰਦੇ ਦੇ ਵੱਸ ਹੈ ਹੀ ਨਹੀਂ, ਤੇ ਬੰਦੇ ਨੂੰ ਸਿਖਾ ਦਿੰਦੀ ਹੈ ਜੋ ਮੇਰੇ ਵੱਸ ਹੈ ਹੀ ਨਹੀਂ ਉਹ ਫਿਰ ਕਿਸੇ ਦੇ ਵੱਸ 'ਤੇ ਹੈ ਨਾ, ਉਹ ਫਿਰ ਕਰਤਾਰ ਦੇ ਵੱਸ ਹੈ। ਤੇ ਜੋ ਕਰਤਾਰ ਦੇ ਵੱਸ ਹੈ ਉਹੀ ਹੁਕਮ ਹੈ। ਜੇ ਅੱਜ ਨਹੀਂ ਮੰਨਿਆ ਤੇ ਕੱਲ੍ਹ ਨੂੰ ਮੰਨਣਾ ਤੇ ਪੈਣਾ ਹੀ ਪੈਣਾ, ਕੀਤਾ ਕੁਛ ਨਹੀਂ ਜਾ ਸਕਦਾ। ਇਸ ਕਰਕੇ ਗੁਰੂ ਦੇ ਰਾਹੀਂ ਇਹ ਪਛਾਣ, ਇਹ ਸੋਝੀ ਹੁੰਦੀ ਹੈ ਜੀ। ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛੈ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕਿਛ ਹੋਵੈ, ਜੇ ਵਿੱਚੋਂ ਆਪ ਗਵਾਏ। ਨਾਮ ਧਿਆਏ ਤਾਂ ਸਤਿਗੁਰ ਭਾਏ। ਕਹਿੰਦੇ ਜੇ ਨਾਮ ਧਿਆਇਆ ਜਾਏ ਤੇ ਗੁਰੂ ਭਾ ਜਾਂਦਾ ਹੈ, ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਦੋਨੋਂ ਪਾਸੇ ਹੈ। ਜੇ ਸਤਿਗੁਰ ਦੀ ਕਿਰਪਾ ਹੋ ਗਈ ਤੇ ਤਾਂ ਨਾਮ ਧਿਆਇਆ ਜਾਣਾ, ਇਹ ਦੋਨੋਂ ਪਾਸੇ ਚਲੇਗਾ। ਇਹ ਅਸੀਂ ਪਹਿਲਾਂ ਨਾਮ ਧਿਆਈਏ ਤੇ ਸਤਿਗੁਰ ਦੀ ਕਿਰਪਾ ਲੈ ਲਈਏ, ਨਹੀਂ, ਸਤਿਗੁਰ ਦੀ ਕਿਰਪਾ ਹੋਏਗੀ ਤੇ ਤਾਂ ਨਾਮ ਧਿਆਇਆ ਜਾਏਗਾ। ਸਤਿਗੁਰ ਅਣਵੈ ਅਰਥ ਨੇ, ਨਾਮ ਧਿਆਏ ਤਾਂ ਸਤਿਗੁਰ ਭਾਏ, ਜੋ ਇੱਛਾ ਸੋ ਫਲ ਪਾਏ। ਫਿਰ ਸਾਰੀ ਫਲ ਦੀਆਂ, ਕਿਉਂਕਿ ਗੁਰੂ ਸੰਗਤ ਹੀ ਕਾਮਦੇਨ ਹੈ, ਪਾਰ ਜਾਤ ਰੁੱਖ ਹੈ ਗੁਰੂ। ਨਾਨਕ ਤਿਸ ਦਾ ਸਭ ਕਿਛ ਹੋਵੈ, ਜੇ ਵਿੱਚੋਂ ਆਪ ਗਵਾਏ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ। ਬਸ ਇਹ ਚੀਜ਼ਾਂ ਸਾਨੂੰ ਦੁੱਖ ਦਿੰਦੀਆਂ ਨੇ। ਪਰ ਜਿਸ ਵੇਲੇ ਕਿ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਹੈ ਸਰੀਰ, ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਬਸ ਇਹ ਵਾਲੀ ਭਾਵਨਾ ਗੁਰੂ ਅਮਰਦਾਸ ਜੀ ਕਹਿੰਦੇ, ਜੇ ਅੰਦਰੋਂ ਮਰ ਜਾਏ ਨਾ ਕਿ ਸੱਚੇ ਪਾਤਸ਼ਾਹ ਤੇਰਾ ਹੀ ਹੈ, ਤੇਰਾ ਹੀ ਹੈ, ਤੂੰ ਹੀ ਕਰਨ ਵਾਲਾ ਹੈ, ਬਸ ਮਹਾਰਾਜ ਕਹਿੰਦੇ ਫਿਰ ਉਹ ਜੁਗਤ ਜਾਣ ਲੈਂਦਾ ਗੁਰੂ ਦੇ ਨਾਮ ਨੂੰ ਜਪਣ ਦੀ, ਸੁੱਖ ਨੂੰ ਪ੍ਰਾਪਤ ਕਰਨ ਦੀ। ਇਨ ਨਟਸ਼ਲ ਇਹ ਸਾਰੇ ਸ਼ਬਦ ਦੀ ਜਿਹੜੀ ਰਹਾਉ ਦੀ ਤੁਕ ਹੈ ਨਾ, ਉਹ ਇੱਕੋ ਹੈ ਕਿ ਆਪਣੇ ਗੁਰੂ ਤੋਂ ਬਲਹਾਰ ਜਾਈਏ, ਸ਼ਬਦ ਰਾਹੀਂ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰੀਏ। ਬੰਦੇ ਖੋਜ ਦਿਲ ਹਰ ਰੋਜ਼। ਕੱਲ੍ਹ ਵੀ ਦਾਸ ਖਾਲਸਾ ਕਾਲਜ ਰਾਤੀ ਵੀ ਬੇਨਤੀ ਕੀਤੀ ਸੀ ਕਿ ਵੀਰ ਸਿੰਘ ਨੇ ਬੜੀ ਸੋਹਣੀ ਗੱਲ ਕੀਤੀ। ਕਹਿੰਦੇ ਘੁੱਗੀ ਨੂੰ ਵੇਖਿਆ ਤੇ ਉਹਨੇ ਉਡਾਰੀ ਭਰਨ ਤੋਂ ਬਾਅਦ ਆਪਣੇ ਖੰਭਾਂ ਨੂੰ ਛੰਡਿਆ। ਫਿਰ ਅਸੀਂ ਵੀ ਆਪਣੇ ਖੰਭਾਂ ਨੂੰ ਛੰਡੀਏ, ਸ਼ਬਦ ਰਾਹੀਂ ਆਪਣੀ ਮੈਲ ਨੂੰ ਉਤਾਰੀਏ। ਤਿਣਕੇ ਤੁਣਕੇ ਜਿਹੜੀ ਘਟਾ ਸਾਡੇ ਮਨ ਦੇ ਉੱਤੇ ਜੰਮ ਗਿਆ, ਵਿਕਾਰਾਂ ਦਾ, ਸਾਡੇ ਸੁਭਾਵਾਂ ਦਾ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦਾ ਸ਼ਬਦ ਸੁਭਾਅ ਵੀ ਬਦਲ ਸਕਦਾ ਹੈ, ਸਾਡੇ ਕਰਮ ਵੀ ਬਦਲ ਸਕਦਾ ਹੈ, ਸਾਡਾ ਜੀਵਨ ਵੀ ਬਦਲ ਸਕਦਾ ਹੈ, ਮਨਮੁਖ ਤੋਂ ਗੁਰਮੁਖ ਕਰਦਾ ਹੈ।
ਤੇ ਇੱਥੇ ਤੱਕ ਨਹੀਂ, ਖੁਦ ਖੁਦਾ ਦੀ ਦਾਤ ਵੀ ਗੁਰੂ ਬਖਸ਼ ਦਿੰਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਹੈ। ਅਸ਼ਟਪਦੀਆਂ ਦਾ ਸ਼ਬਦ ਸੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਕਿਉਂਕਿ ਬਾਰੰਬਾਰ ਸਤਿਗੁਰੂ ਨੇ ਸਹਿਜ ਅਵਸਥਾ ਦੀ ਪ੍ਰਾਪਤੀ ਲਈ ਤਾਕੀਦ ਕੀਤੀ ਹੈ। ਗੁਰੂ ਤੋਂ ਸਹਿਜ ਮੰਗੀਏ, ਸਹਿਜ ਪਾਠ ਵੀ ਕਰੀਏ, ਸਹਿਜ ਜੀਵਨ ਨੂੰ ਸਮਝਣ ਦਾ ਯਤਨ ਕਰੀਏ। ਭੱਜ ਨੱਠ ਦੇ ਵਿੱਚ ਅਸੀਂ ਸਭ ਕੁਝ ਗਵਾਈ ਬੈਠ ਰਹੇ ਹਾਂ, ਸਭ ਕੁਝ ਅੱਗਾ ਦੌੜ ਪਿੱਛਾ ਛੋੜ, ਪਰ ਨਹੀਂ, ਥੋੜ੍ਹਾ ਜਿਹਾ ਸਬਰ ਸਹਿਜ ਆਪਣੇ ਜੀਵਨ ਵਿੱਚ ਲੈ ਕੇ ਆਈਏ, ਇਹ ਸੁੱਖ ਦੇਗਾ। ਧੰਨਵਾਦ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ, ਆਪ ਸੰਗਤਾਂ ਦਾ, ਭਾਈ ਸਾਹਿਬ ਜੀ ਦਾ। ਔਰ ਫਤਿਹ ਬੁਲਾਓ ਜੀ ਸਾਰੇ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ। ਨਾਲ ਰੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਹਿਸੋ ਪਾਵੇ। ਸਲਾਹ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਠੋ, ਜਿਸ ਦੀਆਂ ਇਹ ਵਡਿਆਈਆਂ। ਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਦੁਰ ਕਰਮ ਪਾਇਆ ਤੁ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਹੈ ਨਾਨਕ ਤਾਂ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਬਲਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਦੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਇਸ ਰਾਤ ਹੋਏ ਗਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਤੁਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਦੇ ਮੁਖ ਉਜਲੇ, ਕੀਤੇ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ। Gracias.